ਟਾਈਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਕਰਦੇ ਹਾਂ ਜੀ ਟੋਰਾਂਟੋ ਸਟੂਡੀਓ 'ਚੋਂ ਸਵਾਗਤ। ਚੰਡੀਗੜ੍ਹ ਸਟੂਡੀਓ 'ਚੋਂ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਜੁੜੇ ਨੇ ਸੁਸ਼ੀਲ ਦਸਾਂਝ ਤੇ ਅੱਜ ਸਾਡੇ ਨਾਲ ਸਾਡੀ ਟੀਮ ਦੇ ਮੁੱਖ ਕਮਾਂਡਰ ਜਿਹੜੇ ਨੇ ਸਾਡੇ ਜੀ ਚੀਫ ਸਾਡੇ ਡਾਕਟਰ ਰਣਵੀਰ ਸ਼ਾਰਦਾ ਵੀ ਸਾਡੇ ਨਾਲ ਨੇ। ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਬੜੀ ਦੇਰ ਬਾਅਦ ਇਕੱਠੇ ਤਿੰਨੋਂ ਜਣੇ ਮਿਲ ਕੇ ਇੱਕ ਪ੍ਰੋਗਰਾਮ ਦਾ ਹਿੱਸਾ ਬਣੇ ਆ। ਖਾਸ ਕਰਕੇ ਡਾਕਟਰ ਸਾਹਿਬ ਥੋੜੀ ਸਿਹਤ ਦੀ ਪ੍ਰੋਬਲਮ ਕਰਕੇ ਲੰਬੇ ਸਮੇਂ ਤੋਂ ਗੈਰ ਹਾਜ਼ਰੀ ਔਰ ਅਸੀਂ ਤੇ ਇੱਕ ਦੋ ਵਾਰੀ ਇਕੱਠਿਆਂ ਨੇ ਗੱਲ ਕੀਤੀ ਪਰ ਸੁਸ਼ੀਲ ਰੀ ਸਾਡੀ ਟੀਮ ਦੇ ਤੀਜੇ ਅਹਿਮ ਮੈਂਬਰ ਜਿਹੜੇ ਨੇ ਉਹ ਸਾਡੇ ਨਾਲ ਨਹੀਂ ਸੀ ਮਿਲੇ। ਸੋ ਡਾਕਟਰ ਸਾਹਿਬ ਦੀ ਇੱਛਾ ਸੀ ਕਿ ਆਪਾਂ ਮਿਲ ਕੇ ਪ੍ਰੋਗਰਾਮ ਕਰੀਏ ਇੱਕ ਦਾ ਤੇ ਕਈ ਇੱਕ ਚੀਜ਼ਾਂ ਤੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰੀਏ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਜੀ ਦੋਨਾਂ ਦਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਥੇ ਸਟੂਡੀਓ ਤੋਂ ਤੇ ਸੁਸ਼ੀਲ ਦਸਾਂਝ ਇਹਨਾਂ ਦਾ ਚੰਡੀਗੜ੍ਹ ਸਟੂਡੀਓ ਤੋਂ ਵੀ ਸਵਾਗਤ ਕਰਦੇ ਜੀ। बहुत बहुत धन्यवाद जनाब। बहुत ही खुशी हुई है अज सुशील जी ਨੂੰ ਮਿਲ ਕੇ। ਤੁਸੀਂ ਮੈਨੂੰ ਕਿਹਾ ਕਿ ਇਹ ਸਾਡੇ ਮੋਢੀ ਨੇ ਨਹੀਂ, ਇਹ ਜੋ ਇਸ ਵਕਤ ਜਰਨਲਿਜ਼ਮ ਦੇ ਵਿੱਚ ਸੁਸ਼ੀਲ ਜੀ ਦਾ ਨਾਮ ਹੈ ਜੀ, ਉਹ ਅਸੀਂ ਤੇ ਉੱਥੇ ਨੇੜੇ ਵੀ ਨਹੀਂ ਹੈਗੇ, ਪਰ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਕੇ ਜੀ ਮੈਨੂੰ ਹੋਰ ਵੀ ਅੱਛਾ ਲੱਗੇਗਾ। ਅਸੀਂ ਇਹਨਾਂ ਤੋਂ ਹਮੇਸ਼ਾ ਹੀ ਲਰਨ ਕਰਦੇ ਹਾਂ ਕੁਛ ਨਾ ਕੁਛ। ਆਈ ਹੋਪ ਇਵਨ ਟੁਡੇ ਵੀ ਵਿਲ ਲਰਨ ਸਮਥਿੰਗ। जी दसांझ साहब जी बहुत बहुत शुक्रिया जी डॉक्टर साहब। ते बहुत ज़्यादा खुशी हो रही है काफ़ी देर बाद ਤੁਹਾਨੂੰ ਔਨ ਸਕਰੀਨ ਆਪਾਂ ਸਾਰੇ ਇਦਾਂ ਇਕੱਠੇ ਹੋ ਰਹੇ ਹਾਂ। ਉਂਝ ਇੱਕ ਦੋ ਵਾਰ ਵਿੱਚ ਗੱਲ ਹੋਈ ਹੈ ਤੇ ਪਤਾ ਲੱਗਦਾ ਰਿਹਾ ਕਿ ਤੁਹਾਡੀ ਸਿਹਤ ਦੇ ਸੁਧਾਰ ਹੋ ਰਿਹਾ ਸੀ। ਸੋ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਕਿ ਤੁਸੀਂ ਸਾਡੇ ਸਿਰ ਤੇ ਹੱਥ ਰੱਖ ਰਹੇ ਹੋ, ਮੇਰੇ ਤੇ ਹਰਜੀਤ ਗਿੱਲ ਦੇ, ਤੇ ਬਹੁਤ ਸ਼ੁਕਰੀਆ। ਤੇ ਦੂਜੀ ਗੱਲ ਇਹ ਹੈ ਕਿ ਜੋ ਤੁਹਾਡੇ ਕੋਲ ਹੈ ਇਹ ਤੁਹਾਡਾ ਵਡੱਪਨ ਹੈ, ਜੋ ਤੁਸੀਂ ਗੱਲਾਂ ਕਹੀਆਂ, ਜੋ ਤੁਹਾਡੇ ਕੋਲ ਹੈ ਉਹ ਅਸਲ 'ਚ ਸਰਮਾਇਆ ਸਾਡਾ, ਤੇ ਉਹਦੇ ਵਿੱਚੋਂ ਥੋੜਾ ਥੋੜਾ ਦਾਣਾ ਅਸੀਂ ਚੁਗਦੇ ਹਾਂ। ਤੇ ਬਹੁਤ ਸ਼ੁਕਰੀਆ ਤੇ ਤੁਹਾਡਾ ਹੱਥ ਸਾਡੇ ਜੀ ਬਿਲਕੁਲ ਡਾਕਟਰ ਸਾਹਿਬ। ਸੁਸ਼ੀਲ ਦਸਾਂਝ ਵੱਡੇ ਜਰਨਲਿਸਟ ਹੋਣਗੇ ਪਰ ਸਾਡੇ ਪਰਿਵਾਰ ਦੇ ਮੁਖੀ ਦੇ ਵਜੋਂ ਤੁਸੀਂ ਹੋ ਤੇ ਸਾਡਾ ਜਿਹੜਾ ਜੀ ਇਹ ਹਮੇਸ਼ਾ ਅਸੀਂ ਤੁਹਾਡੇ ਕੋਲੋਂ ਸਿੱਖਣ ਦਾ ਯਤਨ ਕਰਦੇ ਹਾਂ। ਸੁਸ਼ੀਲ ਵੀ, ਮੈਂ ਵੀ ਔਰ ਸਾਡੇ ਬਾਕੀ ਪਰਿਵਾਰ ਦੇ ਮੈਂਬਰ ਵੀ ਸਾਰੇ, ਤੇ ਅਸੀਂ ਤੁਹਾਡੇ ਕੋਲੋਂ ਹਮੇਸ਼ਾ ਸਿੱਖਦੇ ਸਰ। ਹਾਂਜੀ ਸੋ ਨਾਈਸ। ਦਸਾਂਝ ਸਾਹਿਬ ਬੜੇ ਦਿਨਾਂ ਤੋਂ ਚਰਚਾ ਪੰਜਾਬ ਕਾਂਗਰਸ ਦੀ ਕਰਦੇ ਆ ਰਹੇ, ਅੱਜ ਫਿਰ ਵੱਡਾ ਮੁੱਦਾ ਹੋਈ ਆ, ਬੜੀ ਉਥਲ ਪੁਥਲ ਹੋਈ ਆ ਪਿਛਲੇ 2 ਦਿਨਾਂ ਤੋਂ। ਇਸ ਵੇਲੇ ਪੰਜਾਬ 'ਚ ਕੀ ਸੰਭਾਵਨਾਵਾਂ ਬਣ ਗਈਆਂ ਤੇ ਅੱਜ ਦਾ ਦਿਨ ਲੱਗਦਾ ਕਿ ਕਾਫੀ ਅਹਿਮ ਹੋਏਗਾ। ਬਿਨਾਂ ਪ੍ਰਧਾਨਗੀ ਦੀ ਕਿਸੇ ਅਜੇ ਅਨਾਉਂਸਮੈਂਟ ਤੋਂ ਐਲਾਨ ਤੋਂ ਪਹਿਲਾਂ ਹੀ ਮੈਨੂੰ ਲੱਗਦਾ ਕਿ ਆਪਣੇ ਕਾਲੇ ਪੈ ਗਏ ਥੋੜ੍ਹੇ ਜਿਹੇ ਨਵਜੋਤ ਸਿੱਧੂ ਰੀ ਤੇ ਉਹਨਾਂ ਦੀ ਟੀਮ ਦੇ ਨਾਲ ਜਿਹੜੇ ਉਹਨਾਂ ਦੇ ਸਪੋਰਟਰ ਨੇ। ਔਰ ਜਿੱਦਾਂ ਹੁਣ ਤਾਣਾ ਬਾਣਾ ਹੋਰ ਉਲਝ ਗਿਆ, ਜਿਸ ਤਰ੍ਹਾਂ ਦਾ ਸਟੈਂਡ ਕੈਪਟਨ ਸਾਹਿਬ ਨੇ ਲੈ ਲਿਆ, ਤੇ ਕੀ ਬਣੇਗਾ ਭਵਿੱਖ ਹੁਣ ਸਿੱਧੂ ਦਾ, ਕੀ ਬਣੇਗਾ ਕੈਪਟਨ ਸਾਹਿਬ ਦਾ। ਵੈਸੇ ਆਪਾਂ ਨੂੰ ਫਿਕਰ ਤੇ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਦਾ ਹੈ, ਉਹਨਾਂ ਦਾ ਭਵਿੱਖ ਤੇ ਜੋ ਹੋਣਾ ਉਹ ਹੋਵੇ, ਪਰ ਪੰਜਾਬ ਨੂੰ ਇਹ ਗਲਤ ਪਾਸੇ ਨਾ ਲੈ ਜਾਣ। ਜਿਸ ਤਰ੍ਹਾਂ ਦੀਆਂ ਖਬਰਾਂ ਅੱਜ ਆ ਰਹੀਆਂ ਨੇ ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਘੁਸਪੈਠ ਹੋ ਗਈ ਖਾਲਿਸਤਾਨੀਆਂ ਦੀ, ਕੈਪਟਨ ਸਾਹਿਬ ਨੇ ਇਹ ਇਸ਼ੂ ਉਠਾ ਲਿਆ ਔਰ ਇਹ ਵੀ ਕਿਹਾ ਕਿ ਸਰਹੱਦੋਂ ਪਾਰ ਖਤਰੇ ਨੇ। ਮੈਂ ਕਈ ਵਾਰ ਪਹਿਲਾਂ ਵੀ ਗੱਲ ਕੀਤੀ ਹੈ ਡਾਕਟਰ ਸਾਹਿਬ ਨਾਲ ਵੀ, ਕਈ ਪ੍ਰੋਗਰਾਮਾਂ 'ਚ ਹੋਈ ਆ, ਜਦੋਂ ਕਰਤਾਰਪੁਰ ਦੇ ਲਾਂਘੇ ਦੀ ਗੱਲ ਵੀ ਚੱਲਦੀ ਸੀ ਤੇ ਕੈਪਟਨ ਸਾਹਿਬ ਇੱਦਾਂ ਕਹਿ ਰਹੇ ਸੀ ਜਿੱਦਾਂ ਉਹ ਭਾਰਤ ਦੇ ਡਿਫੈਂਸ ਮਿਨਿਸਟਰ ਹੋਣ ਜਾਂ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਹੋਵੇ ਉਹਨਾਂ ਕੋਲ। ਇੱਕ CM ਤੋਂ ਅਖਤਿਆਰ ਤੋਂ ਬਾਹਰੀ ਗੱਲਾਂ ਜਿਹੜੀਆਂ ਉਹ ਕਰਦੇ ਰਹੇ ਤੇ ਹੁਣ ਵੀ ਉਹ ਗੱਲਾਂ ਹੋ ਰਹੀਆਂ ਨੇ। ਮਤਲਬ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਹਾਲਾਤ ਹੁੰਦੇ ਨੇ ਤੇ ਉਹਦੇ ਨਾਲ ਖਾਲਿਸਤਾਨ ਨੂੰ, ਹਿੰਦੂ ਸਿੱਖ ਪਾੜਾ ਪਾਉਣ ਲਈ ਬਹੁਤ ਕੁਝ ਕੀਤਾ ਜਾਂਦਾ, ਤੇ ਇੱਦਾਂ ਦਾ ਹੀ ਕਾਰਵਾਈ ਹੁਣ ਸ਼ੁਰੂ ਹੋ ਗਈ ਆ। ਇਹਦੇ ਬਾਰੇ ਮੈਂ ਤੁਹਾਡੇ ਦੋਨਾਂ ਦੇ ਵਿਚਾਰ ਵੱਖਰੇ ਵੱਖਰੇ ਰੂਪ 'ਚ ਲੈਣਾ ਚਾਹੂੰਗਾ। ਦੇਖੋ ਡਾਕਟਰ ਸ਼ਾਰਦਾ ਜੀ ਤੇ ਹਰਜੀਤ ਗਿੱਲ ਜੀ, ਤੁਹਾਡਾ ਅਸਲ ਦੇ ਵਿੱਚ ਜਿਹੜਾ ਸਵਾਲ ਹੈ, ਇਸ ਸਵਾਲ ਦੇ ਵਿੱਚ ਕਈ ਸਵਾਲ ਜੁੜੇ ਹੋਏ ਆ। ਤੇ ਪਰ ਆਪਾਂ ਪਹਿਲਾਂ ਗੱਲ ਬਰਾਬਰ ਕਰਦੇ ਹਾਂ ਜਿਹੜੀ ਤੁਸੀਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਜ਼ਿਕਰ ਕੀਤਾ। ਕੱਲ ਅਸੀਂ ਜ਼ਿਕਰ ਕਰ ਰਹੇ ਸੀ ਕਿ ਲੱਗਦਾ ਇਹ ਆ ਕਿ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਨਵਜੋਤ ਸਿੰਘ ਸਿੱਧੂ ਦੇ ਬਾਰੇ ਸੁਣ ਰਹੇ ਹਾਂ, ਹਰੀਸ਼ ਰਾਵਤ ਨੇ ਜਿਸ ਕਿਸਮ ਦੀਆਂ ਛੋਟੀ ਜਿਹੀ ਬਿਆਨ ਦਿੱਤਾ, ਤਾਂ ਉਸ ਤੋਂ ਬਾਅਦ ਸਾਰਾ ਮੀਡੀਆ ਜਿਹੜਾ ਸਾਡਾ ਜਿਹੜਾ ਉਹ ਤੁਰ ਪਿਆ ਇਸ ਪਲ ਨੂੰ। ਮਤਲਬ ਹਾਲੇ ਆਫੀਸ਼ੀਅਲੀ ਅਨਾਊਂਸ ਵੀ ਨਹੀਂ ਸੀ ਹੋਇਆ। ਸਾਡੇ ਜਿਹੜੇ ਸੋ ਕਾਰਡ ਜਿਹੜਾ ਨਵਾਂ ਅਲਟਰਨੇਟ ਮੀਡੀਆ ਜਿਹੜਾ ਅਸੀਂ ਕਹਿੰਦੇ ਹਾਂ ਪੰਜਾਬੀ ਦਾ ਇੱਥੇ ਪੈਦਾ ਹੋਇਆ, ਉਹਨਾਂ ਨੇ ਤਾਂ ਜੋ ਧੂੜਾਂ ਪੱਟਦੀਆਂ ਵੀ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਏ, ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਏ। ਅਸੀਂ ਕੱਲ੍ਹ ਵੀ ਕਿਹਾ ਸੀ ਬਈ ਇਸ ਤਰ੍ਹਾਂ ਦੀ ਹਾਲੇ ਕੋਈ ਗੱਲ ਨਹੀਂ ਹੈ। ਇਹ ਜ਼ਰੂਰ ਹੈ ਕਿ ਯਤਨ ਹੈ ਹਾਈ ਕਮਾਨ ਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਥਾਂ ਸਿਰ ਰੱਖਿਆ ਜਾਏ ਤੇ
ਕੋਸ਼ਿਸ਼ ਹੈ ਵੀ ਸ਼ਾਇਦ ਉਹਨਾਂ ਨੂੰ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਬਣਾ ਦਿੱਤਾ ਜਾਏ, ਪਰ ਪਹਿਲਾਂ ਹੀ ਕੁਝ ਚੀਜ਼ਾਂ ਲੀਕ ਕਰ ਦਿੱਤੀਆਂ ਜਾਂਦੀਆਂ ਪ੍ਰਭਾਵ ਦੇਖਣ ਵਾਸਤੇ ਵੀ ਇਸ ਗੱਲ ਦਾ ਪ੍ਰਭਾਵ ਕਾਂਗਰਸ ਪਾਰਟੀ ਦੇ ਅੰਦਰ ਕੀ ਹੋਏਗਾ ਜਾਂ ਪੰਜਾਬ ਦੇ ਲੋਕ ਕੀ ਸੋਚਦੇ ਆ। ਸੋ ਉਹ ਸੀ ਇੱਕ ਪੂਰੀ ਦੀ ਪੂਰੀ ਖੇਡ, ਤੇ ਉਸ ਖੇਡ ਦਾ ਨਤੀਜਾ ਇਹ ਨਿਕਲਿਆ ਵੀ ਕੈਪਟਨ ਅਮਰਿੰਦਰ, ਜਿਨ੍ਹਾਂ ਬਾਰੇ ਅਸੀਂ ਖੁਦ ਕਿਹਾ ਸੀ ਵੀ ਉਹਨਾਂ ਨੇ ਕੁਝ ਸਹਿਮਤੀ ਦੇ ਦਿੱਤੀ ਆ ਹਾਈ ਕਮਾਨ ਨੂੰ ਨਵਜੋਤ ਸਿੰਘ ਸਿੱਧੂ ਬਾਰੇ, ਤੇ ਉਹ ਇੱਕ ਕਦਮ ਪਿੱਛੇ ਆ ਕੇ ਦੋ ਕਦਮ ਅੱਗੇ ਜਾਣਾ ਚਾਹੁੰਦੇ ਆ। ਉਹ ਕੈਪਟਨ ਅਮਰਿੰਦਰ ਜਿਹੜੇ ਆ ਅਚਾਨਕ ਹੀ ਐਕਟਿਵ ਹੋ ਗਏ, ਤੇ ਉਹਨਾਂ ਨੇ ਸੋਨੀਆ ਗਾਂਧੀ ਨੂੰ ਫੋਨ ਕੀਤਾ, ਫੋਨ ਕਰਕੇ ਕਿਹਾ ਵੀ ਅਗਲੀ ਚੋਣ ਤਾਂ ਮੇਰੀ ਹੀ ਲੀਡਰਸ਼ਿਪ ਤੇ ਲੜੀ ਜਾਏਗੀ। ਤੇ ਉਸ ਤੋਂ ਬਾਅਦ ਅੱਜ ਇੱਕ ਚਿੱਠੀ ਲਿਖਤੀ ਸੋਨੀਆ ਗਾਂਧੀ ਨੂੰ, ਵੀ ਚਿੱਠੀ 'ਚ ਉਹਨਾਂ ਨੇ ਲਿਖ ਦਿੱਤਾ ਕਿ ਜੇ ਸੀਨੀਅਰ ਲੀਡਰਾਂ ਨੂੰ ਨਜ਼ਰਅੰਦਾਜ਼ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਕਾਂਗਰਸ ਪਾਰਟੀ ਖਿੰਡ ਜਾਏਗੀ, ਟੁੱਟ ਜਾਏਗੀ, ਤੇ ਚੋਣਾਂ ਦੇ ਵਿੱਚ ਵੀ ਇਹਦਾ ਜਿਹੜਾ ਮਾੜਾ ਅਸਰ ਜਾਏਗਾ। ਤੇ ਇਹਦੇ ਵਿੱਚ ਵੀ ਇਹਨੇ ਨਵਜੋਤ ਸਿੰਘ ਸਿੱਧੂ ਨੂੰ ਕੱਲ ਫਿਰ ਸੋਨੀਆ ਗਾਂਧੀ ਨੇ ਬੁਲਾਇਆ ਤੇ ਉਹਦੇ ਨਾਲ ਵੀ ਗੱਲਬਾਤ ਕੀਤੀ ਹੈ, ਤੇ ਹਰੀਸ਼ ਰਾਵਤ ਨੂੰ ਵੀ ਬੁਲਾਇਆ, ਤਲਬ ਕੀਤਾ, ਜਿਹਨੇ ਉਹ ਬਿਆਨ ਦਿੱਤਾ ਸੀ। ਉਹਨੂੰ ਪੁੱਛਿਆ ਵੀ ਤੁਸੀਂ ਬਿਨਾਂ ਆਫੀਸ਼ੀਅਲੀ ਹਾਲੇ ਕੋਈ ਗੱਲ ਨਹੀਂ ਹੋਈ ਤੇ ਤੁਸੀਂ ਬਿਆਨ ਕਿਉਂ ਦਿੱਤਾ, ਤੇ ਉਹ ਮੁੱਕਰ ਗਏ ਵੀ ਮੇਰੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ। ਸੋ ਜਿਹੜਾ ਤੁਸੀਂ ਇੱਕ ਲਫ਼ਜ਼ ਵਰਤਿਆ ਕਿ ਕਾਲ ਕਰ ਗਏ ਨਵਜੋਤ ਸਿੰਘ ਸਿੱਧੂ ਅਸਲ ਦੇ ਵਿੱਚ ਜਦੋਂ ਤੋਂ ਪੋਲਿਟਿਕਸ ਦੇ ਵਿੱਚ ਆਏ ਆ, ਉਹਨਾਂ ਨੇ ਅਸਲ ਦੇ ਵਿੱਚ ਸ਼ਾਇਦ ਇਸ ਸਿਆਸੀ ਜਿਹੜਾ ਮੈਦਾਨ ਹੈ ਇਹਨੂੰ ਕ੍ਰਿਕਟ ਦੀ ਪਿੱਚ ਸਮਝ ਲਿਆ। ਇਹ ਨਹੀਂ ਕਿ ਉਹਨਾਂ ਨੇ ਮੁੱਦੇ ਗਲਤ ਉਠਾਏ ਆ, ਮੁੱਦੇ ਬੜੇ ਵਧੀਆ ਉਠਾਉਂਦੇ ਰਹੇ ਆ, ਪਰ ਉਹਨਾਂ ਦੀ ਬੈਟਿੰਗ ਦਾ ਟਾਈਮ ਜਿਹੜਾ ਆ ਸਿਆਸੀ ਪਿੱਚ ਦੇ ਉੱਤੇ ਉਹ ਗਲਤ ਰਿਹਾ, ਹਮੇਸ਼ਾ ਟਾਈਮਿੰਗ ਗਲਤ ਰਹੀ ਹੈ। ਜਦੋਂ ਟਾਈਮਿੰਗ ਕ੍ਰਿਕਟ ਦੇ ਮੈਦਾਨ 'ਚ ਗਲਤ ਹੋ ਜਾਵੇ, ਜਦੋਂ ਉਹ ਕਿਉਂਕਿ ਸਲਾਮੀ ਬੱਲੇਬਾਜ਼ ਰਹੇ ਨੇ, ਉਹ ਫਸਟ ਬੈਟਸਮੈਨ ਦੇ ਤੌਰ ਦੇ ਉੱਤੇ ਖੇਡਦੇ ਰਹੇ ਨੇ ਤੇ ਬੜੇ ਵਧੀਆ ਖੇਡਦੇ ਰਹੇ ਨੇ। ਜਦੋਂ ਕ੍ਰਿਕਟ ਦੇ ਵਿੱਚ ਤੁਹਾਡੀ ਟਾਈਮਿੰਗ ਫੇਲ ਹੋ ਜਾਵੇ, 6 ਲੱਗਣ ਦੀ ਥਾਂ ਦੇ ਉੱਤੇ ਤੁਸੀਂ ਕੈਚ ਆਊਟ ਹੋ ਸਕਦੇ ਹੋ ਜਾਂ ਕਈ ਵਾਰੀ ਹਿੱਟ ਵਿਕਟ ਵੀ ਹੋ ਜਾਂਦੇ ਹੋ। ਸੋ ਨਵਜੋਤ ਸਿੰਘ ਸਿੱਧੂ ਨੇ ਜਿਸ ਢੰਗ ਦੇ ਨਾਲ, ਤੇਜ਼ੀ ਦੇ ਨਾਲ, ਕਾਹਲੀ ਦੇ ਨਾਲ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਨਤੀਜਾ ਜਿਹੜਾ ਆ ਉਹ ਇਸ ਕਿਸਮ ਦਾ ਨਿਕਲਿਆ ਹੈ ਕਿ ਜਿਹੜੀ ਕਾਂਗਰਸ ਸੰਭਲਦੀ ਦਿਖਾਈ ਦੇ ਰਹੀ ਸੀ, ਉਹ ਕਾਂਗਰਸ 'ਚ ਇੱਕ ਵਾਰ ਫੇਰ ਤੋਂ ਵੱਡੀ ਫੁੱਟ ਦਿਖਾਈ ਦੇ ਰਹੀ ਹੈ। ਕੈਪਟਨ ਅਮਰਿੰਦਰ ਨੇ ਲੌਬਿੰਗ ਵੀ ਸ਼ੁਰੂ ਕਰ ਦਿੱਤੀ, ਤੇ ਜਿਹੜੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਲਈ ਖਤਰਾ ਸਮਝਦੇ ਆ, ਜਿਹੜੀ ਨੌਜਵਾਨ ਲੀਡਰਸ਼ਿਪ ਹੈ ਕਾਂਗਰਸ ਦੀ, ਉਹਨਾਂ ਨੇ ਵੀ ਨਾਲ ਦੀ ਨਾਲ ਕੈਪਟਨ ਅਮਰਿੰਦਰ ਦੀ ਹਮਾਇਤ ਦੇ ਵਿੱਚ ਕੁਝ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਿਸਾਲ ਦੇ ਤੌਰ ਤੇ ਮਨੀਸ਼ ਤਿਵਾੜੀ ਤੇ ਮਿਸਾਲ ਦੇ ਤੌਰ ਤੇ ਰਵਨੀਤ ਬਿੱਟੂ। ਮਨੀਸ਼ ਤਿਵਾੜੀ ਨੇ ਤਾਂ ਇੱਥੋਂ ਤੱਕ ਵੀ ਗੱਲ ਕਹਿਤੀ, ਉਹਨਾਂ ਨੇ ਇੱਕ ਟਵੀਟ ਕਰਕੇ ਬਕਾਇਦਾ ਅੰਕੜੇ ਜਾਰੀ ਕਰ ਦਿੱਤੇ ਵੀ 57 ਕੁਝ % ਇਸ ਵੇਲੇ ਪੰਜਾਬ 'ਚ ਸਿੱਖ ਹੈ, 38% ਹਿੰਦੂ ਆ ਤੇ 1% ਹੈ, ਤੇ ਇੱਕ ਬਰਾਬਰੀ ਚਾਹੀਦੀ ਆ, ਤਾਂ ਫਿਰ ਜਿਹੜਾ ਨਿਆਂ ਚਾਹੀਦਾ ਸਮਾਜਿਕ, ਤਾਂ ਬਰਾਬਰੀ ਵੀ ਚਾਹੀਦੀ ਹੈ, ਹਿੱਸੇਦਾਰੀ ਵੀ ਬਰਾਬਰੀ ਦੀ ਚਾਹੀਦੀ ਹੈ। ਸੋ ਇਹ ਸਾਰੀ ਸਿਚੁਏਸ਼ਨ 'ਚ ਅਸੀਂ ਦੇਖ ਰਹੇ ਹਾਂ ਵੀ ਪੇਚ ਇੱਕ ਵਾਰ ਤੋਂ ਫਿਰ ਉਲਝ ਗਿਆ। ਬਣਨਾ ਕੀ ਆ, ਇਹ ਤਾਂ ਹੁਣ ਕਾਂਗਰਸ ਹਾਈਕਮਾਨ ਦੇ ਉੱਤੇ ਬਹੁਤ ਵੱਡਾ ਇਸ ਵੇਲੇ ਪ੍ਰੈਸ਼ਰ ਬਿਲਡ ਹੋ ਗਿਆ। ਬਣਨਾ ਕੀ ਆ ਕਾਂਗਰਸ ਦਾ, ਇਹਦਾ ਮੈਨੂੰ ਤਾਂ ਘੱਟੋ ਘੱਟ ਕੋਈ ਬਹੁਤਾ ਫਿਕਰ ਨਹੀਂ ਹੈ। ਜਿੱਦਾਂ ਤੁਸੀਂ ਵੀ ਕਿਹਾ, ਸਾਡਾ ਫਿਕਰ ਪੰਜਾਬ ਨਾਲ ਜੁੜਿਆ ਹੋਇਆ ਜੀ। ਜੀ ਡਾਕਟਰ ਸਾਹਿਬ, ਜਿੱਥੋਂ ਪੰਜਾਬ ਦੀ ਗੱਲ ਕੀਤੀ ਸੁਸ਼ੀਲ ਜੀ ਨੇ ਕਿ ਪੰਜਾਬ ਦੇ ਜਿਹੜੇ ਨਵੇਂ ਪੱਤਰਕਾਰ ਆਏ ਨੇ ਜਾਂ ਨਵੇਂ ਟੀਵੀ ਚੈਨਲ ਜਾਂ ਨਵੇਂ ਉੱਥੇ ਹੋਰ ਸਿਸਟਮ ਆਇਆ, ਉਹਨਾਂ ਨੇ ਨਵਜੋਤ ਸਿੱਧੂ ਨੂੰ ਪ੍ਰੈਜ਼ੀਡੈਂਟ ਇੰਟਰੋਡਿਊਸ ਕਰ ਦਿੱਤਾ ਔਰ ਡਿਕਲੇਅਰ ਕਰ ਦਿੱਤਾ। ਇਹ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਇਹ ਦਿੱਤੀ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਨੇ। ਰਾਜਦੀਪ ਸਰਦੇਸਾਈ ਨੇ ਅੱਜ ਤੋਂ 2 ਦਿਨ ਪਹਿਲਾਂ ਇਹ ਗੱਲ ਕਹੀ, ਔਰ ਇੰਡੀਆ ਟੁਡੇ ਦੇ ਉੱਪਰ ਲਗਾਤਾਰ 2 ਦਿਨ ਬਹੁਤ ਵੱਡੇ ਸੋ ਕਾਲਡ ਜਿਹੜੇ ਜਰਨਲਿਸਟ ਹੈਗੇ ਨੇ, ਉਹਨਾਂ ਨੂੰ ਬੁਲਾ ਕੇ ਸਿਰਫ ਬਹਿਸ ਕੱਲ੍ਹ ਵੀ ਹੁੰਦੀ ਰਹੀ ਔਰ ਅੱਜ ਵੀ ਹੁੰਦੀ ਰਹੀ ਕਿ ਨਵਜੋਤ ਸਿੱਧੂ ਉੱਥੇ ਪ੍ਰੈਜ਼ੀਡੈਂਟ ਅਗਰ ਬਣੇਗਾ ਤਾਂ ਕੀ ਹੋਏਗਾ। ਦੈਟਸ ਨੰਬਰ 1। ਅੱਜ ਹਰੀਸ਼ ਰਾਵਤ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ। ਮੈਂ ਅੱਗੇ ਵੀ ਕਈ ਵਾਰੀ ਗੱਲ ਕਹੀ ਹੈ, ਪਤਾ ਨਹੀਂ ਸੁਸ਼ੀਲ ਜੀ ਇਹਦੇ ਨਾਲ ਐਗਰੀ ਕਰਨ ਜਾਂ ਨਾ ਕਰਨ। ਕੈਪਟਨ ਦੇ ਉੱਪਰ ਤੁਸੀਂ ਕੋਈ ਕਿਸੇ ਕਿਸਮ ਦਾ ਡੰਡਾ ਨਹੀਂ ਰੱਖ ਸਕਦੇ। ਕੈਪਟਨ ਨੇ ਹਮੇਸ਼ਾ ਆਪਣੀ ਮਰਜ਼ੀ ਦੇ ਨਾਲ ਕਾਂਗਰਸ ਹਾਈਕਮਾਂਡ ਨੂੰ ਵੀ ਚਲਾਇਆ, ਆਪਣੀ ਮਰਜ਼ੀ ਦੇ ਨਾਲ ਹੀ ਉਹਨੇ ਆਪਣੀ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਚਲਾਈ ਹੈ। ਔਰ ਮੈਂ ਮਹਿਸੂਸ ਕਰਦਾ ਕਿ ਮੈਂ ਜਿਸ ਕੱਲ੍ਹ ਵੀ ਇਹ ਗੱਲ ਤੁਹਾਡੇ ਨਾਲ ਕੀਤੀ ਸੀਗੀ
ਕਿ ਅਗਰ ਨਵਜੀਤ ਸਿੱਧੂ ਨੂੰ ਇਹ ਲੈ ਕੇ ਆਉਂਦੇ ਨੇ ਤੇ ਪੰਜਾਬ ਦਾ ਵਿੱਚ ਪੱਠਾ ਜਿਹੜਾ ਨਾ ਕਾਂਗਰਸ ਦਾ ਉਹ ਪੂਰੀ ਤਰ੍ਹਾਂ ਬੈਠ ਜਾਏਗਾ। ਨੰਬਰ 1 ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਕੰਮ ਕਰਨ ਹੀ ਨਹੀਂ ਦੇਣਾ ਐਜ਼ ਪ੍ਰੈਜ਼ੀਡੈਂਟ, ਦੈਟਸ ਅੱਛਾ। ਸੈਕੰਡ, ਜਿਹੜੇ ਪੁਰਾਣੇ ਜਿਸ ਤਰ੍ਹਾਂ ਬਾਜਵਾ ਨਾਰਾਜ਼ ਹੋ ਜਾਏਗਾ, ਪੱਠਲ ਗਰੁੱਪ ਨਾਰਾਜ਼ ਹੋ ਜਾਏਗਾ, ਹੋਰ ਕਈ ਬੰਦੇ ਜਿਹੜੇ ਨੇ ਜੀ ਉਹ ਨਾਰਾਜ਼ ਹੋ ਜਾਣਗੇ। ਔਰ ਮੈਂ ਤਾਂ ਇੱਥੋਂ ਤੱਕ ਮੰਨਦਾ ਕਿ ਕੈਪਟਨ ਆਪਣੀ ਭਾਵੇਂ ਚੀਫ ਮਿਨਿਸਟਰੀ ਹਾਰ ਜਾਏ ਲੇਕਿਨ ਉਹਨੇ ਇਹਨੂੰ ਅੱਗੇ ਸਮ ਔਰ ਦੀ ਅਦਰ ਨਹੀਂ ਆਉਣ ਦੇਣਾ। ਇਹ ਮੇਰੀ ਆਪਣੀ ਫੀਲਿੰਗ ਹੈ। ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਕਿਹਾ, ਮੈਂ ਵੀ ਅੱਜ ਗੱਲ ਕੀਤੀ ਦਿੱਲੀ ਦੇ ਵਿੱਚ, ਮੈਨੂੰ ਵੀ ਇਹ ਪਤਾ ਲੱਗਿਆ ਕਿ ਇਹ ਕਹਿਲਵਾਇਆ ਗਿਆ ਸੀਗਾ ਕਿ ਨਵਜੋਤ ਦਾ ਨਾਮ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਔਰ ਬਾਹਰ ਜਿਹੜਾ ਉਹਨੂੰ ਸੁੱਟੋ, ਦੇਖੋ ਕੀ ਉਹਦਾ ਅਸਰ ਹੁੰਦਾ। ਅਸਰ ਇਹਦਾ ਬਹੁਤ ਭੈੜਾ ਹੋਇਆ, ਕੋਈ ਚੰਗਾ ਅਸਰ ਨਹੀਂ ਹੋਇਆ। ਔਰ ਮੈਨੂੰ ਵੈਸੇ ਤਾਂ ਪਹਿਲਾਂ ਵੀ ਸਿੰਗਲੇ ਦਾ ਨਾਮ ਆ ਰਿਹਾ ਸੀਗਾ, ਹਾਂਜੀ, ਅੱਜ ਉਹ ਸਿੰਗਲੇ ਦਾ ਨਾਮ ਜਿਹੜਾ ਬਹੁਤ ਉੱਭਰ ਕੇ ਸਾਹਮਣੇ ਆ ਰਿਹਾ ਕਿ ਸਿੰਗਲਾ ਜਿਹੜਾ ਮਿਨਿਸਟਰ ਹੈਗਾ ਉਸ ਨੂੰ ਜ਼ਰੂਰ ਕੋਈ ਚੰਗੀ ਜਿਹੜੀ ਹੈ ਅੱਗੇ ਪਦਵੀ ਦਿੱਤੀ ਜਾਏ। ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਉਹਨੂੰ ਤੁਸੀਂ ਪ੍ਰੈਜ਼ੀਡੈਂਟ ਬਣਾਓ ਕਾਂਗਰਸ ਦਾ, ਨਾ ਕਿ ਨਵਜੀਤ ਸਿੱਧੂ ਨੂੰ। ਨਵਜੋਤ ਸਿੱਧੂ ਜਿਹੜਾ ਉਹ ਬਹੁਤ ਸੈਲਫਿਸ਼ ਆਦਮੀ ਰਿਹਾ ਸ਼ੁਰੂ ਤੋਂ ਹੀ। 3 ਵਾਰੀ ਉਹ MP ਬਣਿਆ। ਈਵਨ ਜਦੋਂ ਕ੍ਰਿਕਟ ਖੇਡਣ ਗਿਆ ਸੀਗਾ, ਇਹ ਇਕੱਲਾ ਇੱਕ ਪਲੇਅਰ ਹੈ ਹਿੰਦੁਸਤਾਨ ਦੀ ਕ੍ਰਿਕਟ ਟੀਮ ਦੇ ਵਿੱਚ ਜਿਹਨੂੰ ਇੰਗਲੈਂਡ ਤੋਂ ਵਾਪਸ ਭੇਜ ਦਿੱਤਾ ਗਿਆ ਸੀ, ਇਹਦੀ ਕੈਪਟਨ ਨਾਲ ਨਹੀਂ ਸੀ ਬਣਦੀ। ਹੀ ਵਾਸ ਸੈਂਟ ਬੈਕ ਜੀ ਫਰਮ ਦੇਅਰ। ਇਹਦੀ ਅੱਜ ਤੱਕ ਕਿਸੇ ਨਾਲ ਵੀ ਨਹੀਂ ਬਣੀ ਕਿਉਂਕਿ ਇਹ ਆਪਣੇ ਆਪ ਨੂੰ ਸਮਝਦਾ ਕਿ ਮੈਂ ਸ਼ਾਇਰੀ ਕਰਕੇ, ਸਪੀਚਾਂ ਕਰਕੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਬਹੁਤ ਵੱਡਾ ਲੀਡਰ ਪੇਸ਼ ਕਰ ਸਕਦਾ। ਸ਼ਾਇਰੀ ਦੇ ਨਾਲ ਅਗਰ ਬੰਦਿਆਂ ਨੇ ਕਿਸੇ ਨੇ ਲੀਡਰ ਬਣਨਾ ਹੁੰਦਾ ਤੇ ਸ਼ਾਇਦ ਹੋਰ ਕਈ ਬਣ ਗਏ ਹੁੰਦੇ ਜੀ। ਬੁਲਾਰੇ ਹੋਰ ਵੀ ਬਹੁਤ ਵਧੀਆ ਆਏ ਨੇ ਇਹਦੇ ਨਾਲੋਂ ਵੀ। ਲੇਕਿਨ ਐਟ ਦੀ ਸੇਮ ਟਾਈਮ ਇਹ ਸ਼ਖਸ ਦੀ ਜਿਹੜੀ ਪਰਸਨੈਲਿਟੀ ਹੈਗੀ ਹੈ, ਠੀਕ ਹੈ, ਕੁਛ ਲੋਕਾਂ ਦੇ ਵਿੱਚ, ਮੈਂ ਸਮਝਦਾ ਕੁਛ ਪਰਸੈਂਟੇਜ ਲੋਕਾਂ ਦੇ ਵਿੱਚ ਇਹਦੀ ਪਰਸਨੈਲਿਟੀ ਨੂੰ ਇੱਕ ਰੂਪ ਦਿੱਤਾ ਗਿਆ ਕਿ ਇਹ ਸੱਚਾ ਸੁੱਚਾ ਆਦਮੀ ਹੈ। ਲੇਕਿਨ ਜਦੋਂ ਇਹ ਮੰਤਰੀ ਸੀਗਾ, ਸੁਸ਼ੀਲ ਜੀ ਦੱਸਣਗੇ, ਮੈਂ ਉਹਨੂੰ ਪੁੱਛਣਾ ਜਿਹੜੀ ਮੇਰੀ ਖਬਰ ਹੈ ਉਹ ਕਿੰਨੀ ਕੁ ਗਲਤ ਹੈ। ਇੱਕ DSP ਸੀਗਾ ਪੁਲਿਸ ਦਾ, ਜਿਸ ਨੂੰ ਡਿਪਾਰਟਮੈਂਟ ਦੇ ਵਿੱਚ ਇਹਨੇ ਕਾਫੀ ਇੰਪੋਰਟੈਂਸ ਦੇ ਕੇ ਤੇ ਉਹ ਤੇ ਇਹਦੀ ਵਹੁਟੀ ਨੇ ਦੋਨਾਂ ਨੇ ਮਿਲ ਕੇ ਜੀ ਕਹਿੰਦੇ ਨੇ ਕਿ ਕਾਫੀ ਜ਼ਿਆਦਾ ਗੜਬੜੀਆਂ ਕੀਤੀਆਂ। ਇਹ ਹੁਣ ਇਹ 'ਚ ਕਿੰਨਾ ਕੁ ਸੱਚ ਆ ਕਿੰਨਾ ਕੁ ਝੂਠ ਆ, ਪਰ ਮੈਂ ਸਮਝਦਾ ਕਿ ਅਗਰ ਨਵਜੋਤ ਨੂੰ ਉਹਨਾਂ ਨੇ ਲਿਆਉਣਾ, ਵੱਧ ਤੋਂ ਵੱਧ ਉਹਨੂੰ ਇੱਕ ਡਿਪਟੀ ਚੀਫ ਮਿਨਿਸਟਰੀ ਭਾਵੇਂ ਦੇ ਦੇਣ ਔਰ ਉਹ ਵੀ ਇੱਕ ਮਹਿਕਮਾ ਇਹੋ ਜਿਹਾ ਬਣਾ ਦੇਣ ਜਿਹਦੇ ਨਾਲ ਉਹ ਇਹ ਸਾਬਤ ਕਰ ਸਕੇ ਕਿ ਮੈਂ 6 ਮਹੀਨੇ 'ਚ ਕੋਈ ਕਰ ਸਕਦਾ। ਬਿਜਲੀ ਦੇ ਮਹਿਕਮੇ ਦਾ ਬੜਾ ਬੁਰਾ ਹਾਲ ਹੈ, ਇਹਨੂੰ ਮਿਲਿਆ ਸੀਗਾ ਬਿਜਲੀ ਦਾ ਮਹਿਕਮਾ। ਅਗਰ ਇਹ ਅਕਲਮੰਦ ਹੁੰਦਾ ਤੇ ਅੱਜ ਬਿਜਲੀ ਦੇ ਮਹਿਕਮੇ ਨੂੰ ਇਹ ਸੰਭਾਲ ਕੇ ਆਪਣੀ ਅਕਲ ਦਿਖਾ ਕੇ, ਆਪਣੀ ਐਡਮਿਨਿਸਟ੍ਰੇਟਿਵ ਸਕਿੱਲਸ ਦਿਖਾ ਕੇ ਇਹ ਸ਼ਾਇਦ ਪੰਜਾਬ 'ਚ ਬਹੁਤ ਜ਼ਿਆਦਾ ਨਾਮ ਬਣਾ ਲੈਂਦਾ। ਸੁਜੀਤ ਜੀ SP ਵਾਲੀ ਡਾਕਟਰ ਸਾਹਿਬ ਦੇ ਵਿਚਾਰ ਤੁਸੀਂ ਸੁਣ ਲਏ ਨੇ ਨਵਜੋਤ ਸਿੱਧੂ ਬਾਰੇ, ਔਰ ਜਿਸ ਹੱਦ ਤੱਕ ਹੁਣ ਇਹ ਦਫਾੜ ਬਣ ਗਈ ਆ, ਜਿਵੇਂ ਬਾਰ-ਬਾਰ ਲੋਕ ਕਹਿ ਰਹੇ ਨੇ ਕਿ ਇੱਕ ਬਿਆਨ 'ਚ 2 ਤਲਵਾਰਾਂ ਨਹੀਂ ਰਹਿ ਸਕਦੀਆਂ, ਇਹ ਇੱਕ ਗੱਲ ਬਾਰ-ਬਾਰ ਰਿਪੀਟ ਕੀਤੀ ਜਾ ਰਹੀ ਸਭ ਪਾਸਿਓਂ। ਜਿੱਥੋਂ ਤੱਕ ਹਾਲਾਤ ਹੁਣ ਵਿਗੜ ਗਏ ਨੇ, ਕੀ ਇਹ ਸੰਭਵ ਆ ਕਿ ਜਿਹੜੀ ਬੜੀ ਕਮਜ਼ੋਰ ਪੈ ਚੁੱਕੀ ਹਾਈ ਕਮਾਂਡ, ਜਿਹਨੂੰ ਜਿਹੜੇ ਕਟੱਬਰ ਦਾ ਜਿਹੜਾ ਦਲ ਬਣ ਚੁੱਕੀ ਆ ਕਾਂਗਰਸ, ਉਹਨਾਂ ਦੇ ਵੱਸ 'ਚ ਕੁਝ ਰਹਿ ਗਿਆ ਕਿ ਇਹ ਇਹਨੂੰ ਸੰਭਾਲ ਲੈਣਗੇ ਜਾਂ ਫਿਰ ਇਹ ਜਿਹੜਾ ਖਲਾਰਾ ਆ ਹੋਰ ਵਧੇਗਾ? ਪਹਿਲੀ ਗੱਲ ਤਾਂ ਡਾਕਟਰ ਸ਼ਾਰਦਾ ਹੋਰਾਂ ਦੀਆਂ ਜਿੰਨੀਆਂ ਵੀ ਗੱਲਾਂ ਨਵਜੋਤ ਸਿੰਘ ਸਿੱਧੂ ਹੋਰਾਂ ਬਾਰੇ ਇਹਨਾਂ ਨੇ ਕੀਤੀਆਂ, ਉਹਦੇ 'ਚ ਮੈਂ 100% ਸਹਿਮਤ ਹਾਂ। ਮੈਂ ਵੀ ਇੱਦਾਂ ਸੋਚਦਾ, ਨਵਜੋਤ ਸਿੰਘ ਸਿੱਧੂ ਕੋਈ ਇਹ ਨਹੀਂ ਹੈ ਕਿ ਪੰਜਾਬ ਦੀ ਤਕਦੀਰ ਬਦਲ ਦੇਣ ਵਾਲਾ ਲੀਡਰ ਹੈ ਸਾਡੇ ਸਾਹਮਣੇ ਤੇ ਉਹਦੇ ਨਾਲ ਕੋਈ ਧੱਕਾ ਹੋ ਰਿਹਾ। ਜਿੱਦਾਂ ਡਾਕਟਰ ਸ਼ਾਰਦਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲ ਇੱਕ ਮੌਕਾ ਸੀ, ਜੇ ਲੋਕਲ ਬਾਡੀਜ਼ ਮਿਨਿਸਟਰੀ ਉਹਨਾਂ ਤੋਂ ਵਾਪਸ ਲੈ ਕੇ ਉਹਨਾਂ ਨੂੰ ਬਿਜਲੀ ਦਾ ਮਹਿਕਮਾ ਦਿੱਤਾ ਜਾ ਰਿਹਾ ਸੀ, ਤੇ ਜਿਹੜੇ ਮੁੱਦੇ ਅੱਜ ਉਹ ਬਿਜਲੀ ਦੇ ਸੰਬੰਧ ਦੇ ਵਿੱਚ ਉਠਾ ਰਹੇ ਨੇ, ਜਿਹੜਾ ਇੱਕ ਪੰਜਾਬ ਮਾਡਲ ਪੇਸ਼ ਕਰ ਰਹੇ ਨੇ, ਉਹਨਾਂ ਕੋਲ ਤਾਂ ਮੌਕਾ ਸੀ ਇੱਕ, ਫਿਰ ਉਹ ਮੌਕਾ ਅਵੇਲ ਕਰਦੇ, ਉਹ ਆਪਣੇ ਆਪ ਨੂੰ ਸਾਬਤ ਕਰਦੇ। ਉਹ ਕਰਨ ਦੀ ਥਾਂ ਦੇ ਉੱਤੇ ਉਹ ਕਿਸੇ ਹੋਰ ਖੇਡ 'ਚ ਰੁੱਝ ਗਏ। 2 ਸਾਲ ਤੋਂ ਲਗਾਤਾਰ ਇਹੀ ਖੇਡ ਉਹਨਾਂ ਦੀ ਚੱਲ ਰਹੀ ਹੈ। ਤੇ ਇੱਕ ਇੰਪੋਰਟੈਂਟ ਗੱਲ ਹੈ ਕਿ ਉਹ ਕੋਈ ਆਪਣਾ ਧੜਾ ਵੀ ਨਹੀਂ ਬਣਾ ਸਕੇ ਵੀ ਹਾਂ ਵੀ ਉਹਦੇ ਪਿੱਛੇ ਕੋਈ 20-25-30 MLA ਆ। ਅਸੀਂ ਤਾਂ ਉਹ ਦੌਰ ਦੇਖਿਆ, ਡਾਕਟਰ ਸ਼ਾਰਦਾ ਜਾਣਦੇ ਆ, ਤੁਸੀਂ ਜਾਣਦੇ ਹੋ
ਵੀ ਜਦੋਂ ਕੈਪਟਨ ਅਮਰਿੰਦਰ ਤੇ ਬੀਬੀ ਭੱਠਰ ਦੇ ਦਰਮਿਆਨ ਜੰਗ ਚੱਲਿਆ ਕਰਦੀ ਸੀ, 25 30 ਐਮਐਲਏ ਦੋਵੇਂ ਪਾਸੇ ਹੁੰਦੇ ਸੀ, ਕਦੀ ਉਹ 25 30 ਐਮਐਲਏ ਲੈ ਕੇ ਉਹ ਦਿੱਲੀ ਚਲ ਜਾਂਦੀ ਸੀ, ਕਦੀ ਚਲ ਜਾਂਦੇ ਸੀ ਕੈਪਟਨ ਅਮਰਿੰਦਰ। ਫਿਰ ਜਿਸ ਕੈਪਟਨ ਅਮਰਿੰਦਰ ਨੇ ਪ੍ਰਤਾਪ ਸਿੰਘ ਬਾਜਵੇ ਦੀ ਪ੍ਰਧਾਨਗੀ 3.5 ਸਾਲ ਤੋਂ ਵੱਧ ਨਹੀਂ ਚੱਲਣ ਦਿੱਤੀ, ਉਹ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਪ੍ਰਵਾਨ ਕਰਨਗੇ, ਜਿਹੜਾ ਸਿੱਧਾ ਹੀ ਉਹਨਾਂ ਨੂੰ ਪੈ ਗਿਆ ਆ ਕੇ। ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਆਪਣੇ ਹੀ ਮੁੱਖ ਮੰਤਰੀ ਨੂੰ ਜਿਹੜਾ ਆ ਟਵੀਟਸ ਕਰਕੇ ਜਿਹੜਾ ਇੰਨਾ ਭੰਡਿਆ ਵੀ ਹੁਣ ਇੱਕ ਮਿਆਨ 'ਚ 2 ਤਲਵਾਰਾਂ ਕਿੱਦਾਂ ਆ ਜਾਣਗੀਆਂ। ਉਹਦੇ ਬਾਵਜੂਦ ਜਿਹੜੀ ਮੈਂ ਸਹਿਮਤੀ ਦੀ ਗੱਲ ਕੀ ਆ, ਉਹ ਸਹਿਮਤੀ ਦਿੱਤੀ ਕੈਪਟਨ ਅਮਰਿੰਦਰ ਨੇ। ਉਹ ਸਹਿਮਤੀ ਇਹ ਦਿੱਤੀ ਸੀ, ਜਾਂ ਉਹਨੂੰ ਡਿਪਟੀ ਸੀਐਮ ਬਣਾ ਲਓ ਜਾਂ ਉਹਨੂੰ ਕੰਪੇਨ ਕਮੇਟੀ 'ਚ ਲੈ ਲਓ। ਵੀ ਪ੍ਰਧਾਨਗੀ ਬਾਰੇ ਤਾਂ ਉਹਨੇ ਪਹਿਲੇ ਲੌਬਿੰਗ ਕਰਦੇ ਸੀ, ਕੈਪਟਨ ਅਮਰਿੰਦਰ ਹੋਰਾਂ ਨੇ ਪ੍ਰਧਾਨਗੀ ਬਾਰੇ ਪਹਿਲਾਂ ਹੀ, ਜਿੱਦਾਂ ਵਿਜੇ ਇੰਦਰ ਸਿੰਗਲਾ ਦਾ ਨਾਂ ਲਿਆ ਇਹਨਾਂ ਨੇ, 35 ਹਿੰਦੂ ਕਮਿਊਨਿਟੀ ਦੇ ਜਿਹੜੇ ਲੀਡਰ ਸਰਕਰਦਾ ਸੀਗੇ ਕਾਂਗਰਸ ਪਾਰਟੀ ਦੇ, ਉਹਨਾਂ ਨੂੰ ਸਪੈਸ਼ਲ ਸੀਸਵਾ ਫਾਰਮ ਤੇ ਬੁਲਾ ਕੇ ਮੀਟਿੰਗ ਕਰਕੇ ਉਦੋਂ ਹੀ ਵਿਜੇ ਇੰਦਰ ਸਿੰਗਲਾ ਦਾ ਨਾਂ ਜਿਹੜਾ ਸਾਹਮਣੇ ਆਇਆ ਵੀ ਇਹ ਜੇ ਪ੍ਰਧਾਨਗੀ ਦੇਣੀ ਹੈ ਤਾਂ ਉਹਨਾਂ ਨੂੰ ਦਿੱਤੀ ਜਾਵੇ। ਸੋ ਅਲਟੀਮੇਟਲੀ ਸਾਰੇ ਇਸ਼ੂ ਦੇ ਵਿੱਚ ਦੇਖੋ, ਕੈਪਟਨ ਅਮਰਿੰਦਰ ਬਾਰੇ ਬੜੀ ਸਪਸ਼ਟ ਜੀ ਪਹੁੰਚ ਹੈ ਮੇਰੀ ਵੀ ਉਹਨਾਂ ਦਾ ਕਾਰਜਸ਼ੈਲੀ ਉਹਨਾਂ ਦੀ ਜਿਹੜੀ ਆ ਉਹ ਬਿਲਕੁਲ ਵੀ ਇਸ ਤਰ੍ਹਾਂ ਦੀ ਨਹੀਂ ਹੈ ਕਿ ਉਹ ਸਿੱਧੇ ਤੌਰ ਤੇ ਲੋਕਾਂ ਨਾਲ ਰਾਬਤਾ ਬਣਾ ਕੇ ਚੱਲਣ, ਲੋਕਾਂ ਲਈ ਕੰਮ ਕਰਨ। ਈਵਨ ਉਹ ਆਪਣੇ ਐਮਐਲਏਜ਼ ਨੂੰ, ਆਪਣੇ ਮੰਤਰੀਆਂ ਨੂੰ ਵੀ ਟਾਈਮ ਨਹੀਂ ਦਿੰਦੇ ਰਹੇ, ਪਰ ਉਹਦੇ ਬਾਵਜੂਦ ਇੱਕ ਧਾਕੜ ਜੀ ਸ਼ੈਲੀ ਹੈ। ਹੁਣ ਉਹ ਜਦੋਂ ਐਕਟਿਵ ਹੋ ਗਏ ਆ ਤੇ ਉਹਨਾਂ ਨੇ ਆਪਣੀ ਲੌਬਿੰਗ ਕਰਕੇ ਆਪਣਾ ਧੜਾ ਸ਼ੋਅ ਵੀ ਕਰ ਦਿੱਤਾ ਵੀ ਹਾਂ ਮੇਰੇ ਨਾਲ ਕਿੰਨੇ ਲੋਕ ਆ, ਤੇ ਇੱਕ ਸੰਕੇਤ ਦੇ ਵਿੱਚ ਚਿੱਠੀ ਰਾਹੀਂ ਇਹ ਵੀ ਦੱਸ ਦਿੱਤਾ ਸੋਨੀਆ ਗਾਂਧੀ ਨੂੰ ਵੀ ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ, ਸੀਨੀਅਰ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਕੀਤਾ ਤੇ ਪਾਰਟੀ ਟੁੱਟ ਸਕਦੀ ਹੈ। ਜਾਨੀ ਦੱਸਿਆ ਇਹ ਆ ਵੀ ਪਾਰਟੀ ਮੈਂ ਹੀ ਤੋੜੂੰਗਾ, ਫਿਰ ਤੁਸੀਂ ਕਰਕੇ ਦੇਖੋ। ਇਹ ਅਸਲ 'ਚ ਚੇਤਾਵਨੀ। ਸੋ ਅਲਟੀਮੇਟਲੀ ਜਿਹੜੀ ਬਾਕੀ ਗੱਲ ਹੈ ਵੀ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਤਾਂ ਹਾਈਕਮਾਨ ਦੀ ਜਿਹੜੀ ਕਮਜ਼ੋਰੀ ਤਾਂ ਲਗਾਤਾਰ ਸਾਡੇ ਸਾਹਮਣੇ ਹੈ। ਹਾਈਕਮਾਨ ਹੈ ਹੀ ਨਹੀਂ, ਹਾਈਕਮਾਨ ਕਿੱਥੇ ਹੈ? ਮਤਲਬ ਇੱਕ ਗਾਂਧੀ ਪਰਿਵਾਰ ਹੈ, ਤੇ ਇਹ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਹੁਣ ਤੱਕ ਦਾ ਇਹ ਮਾਮਲਾ ਜਿਹੜਾ ਇੱਥੇ ਤੱਕ ਆਇਆ ਨਾ, ਉਹ ਜਿਹੜਾ ਗਾਂਧੀ ਪਰਿਵਾਰ ਦੇ ਪ੍ਰਤੀ ਉਹਨੇ ਲਫ਼ਜ਼ ਵਰਤੇ ਸੀ ਨਾ, ਉਹਦੇ ਕਰਕੇ ਇੱਥੇ ਤੱਕ ਆਇਆ। ਪ੍ਰਿੰਕਾ ਗਾਂਧੀ ਇਹਦੀ ਪਿੱਠ ਤੇ ਰਹੀ ਜਾਂ ਰਾਹੁਲ ਗਾਂਧੀ ਨੇ ਕੁਛ ਸਾਥ ਦਿੱਤਾ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਮੈਂ ਤਾਂ ਗਾਂਧੀ ਪਰਿਵਾਰ ਦਾ ਵਫਾਦਾਰ ਹੈ, ਵਫਾਦਾਰ ਕੌਣ ਹੁੰਦਾ ਅੱਜ ਕੱਲ? ਇੱਕ ਮੁਹਾਵਰੇ ਦੇ ਵਿੱਚ ਆਪਾਂ ਕਿਹਨੂੰ ਕਹਿੰਦੇ ਹਾਂ ਤੁਹਾਨੂੰ ਜ਼ਿਆਦਾ ਪਤਾ। ਸੋ ਅਲਟੀਮੇਟਲੀ ਕਾਂਗਰਸ ਪਾਰਟੀ ਦੀ ਹਾਈਕਮਾਨ ਹੈ ਹੀ ਉਹ ਨਹੀਂ। ਜੇ ਕਾਂਗਰਸ ਪਾਰਟੀ ਨੇ ਪਹਿਲਾਂ ਮੈਂ ਅੱਗੇ ਕਹਿੰਦਾ ਹੁੰਦਾ ਸੀ ਵੀ ਇਹ ਜਿਹੜੀ ਪਾਰਟੀ ਹੈ ਨਾ, ਇਹ ਅਰਧ ਮੂਰਛਤ ਅਵਸਥਾ 'ਚ ਹੈ। ਹੁਣ ਮੈਂ ਕਹਿੰਦਾ ਪੂਰਨ ਮੂਰਛਤ ਹੈ। ਇਹਨਾਂ ਨੇ ਇਦਾਂ ਦੀਆਂ ਕਮਜ਼ੋਰੀਆਂ ਕਰਕੇ ਸਾਡੇ ਗੁਆਂਢ ਦੇ ਵਿੱਚ ਹਰਿਆਣੇ 'ਚ ਕੀ ਕਰ ਰਹੀ ਹੈ ਕਾਂਗਰਸ? ਉਹ ਹੁੱਡਾ ਹੋਰਾਂ ਦਾ ਜਿਹੜਾ ਕੁਮਾਰੀ ਸ਼ੈਲਜਾ ਨਾਲ ਲਗਾਤਾਰ ਝਗੜਾ ਚੱਲਦਾ, ਉਹ 2 ਧੜੇ ਬਣਾ ਕੇ ਰੱਖਣ ਦੀ ਫਿਤਰਤ ਜਿਹੜੀ ਆ ਇਹ ਸ਼ੁਰੂ ਤੋਂ ਕਾਂਗਰਸ ਹਾਈਕਮਾਨ ਜਾਂ ਗਾਂਧੀ ਪਰਿਵਾਰ ਦੀ ਹੈ। ਇਸੇ ਕਰਕੇ ਪਾਰਟੀ ਬਾਰ-ਬਾਰ ਟੁੱਟੀ ਹੈ। ਇਸ ਵੇਲੇ ਦੇਸ਼ ਦੇ 8 ਸੂਬਿਆਂ ਦੇ ਵਿੱਚ 8 ਮੁੱਖ ਮੰਤਰੀ ਉਹ ਨੇ ਜਿਹੜੇ ਕਾਂਗਰਸ ਤੋਂ ਬਾਗੀ ਹੋ ਕੇ ਗਏ, ਤੇ ਜਾਂ ਉਹ ਬੀਜੇਪੀ ਵੱਲੋਂ ਮੁੱਖ ਮੰਤਰੀ ਹੈ ਜਾਂ ਉਹ ਸਾਂਝੀ ਸਰਕਾਰ 'ਚ ਮੁੱਖ ਮੰਤਰੀ ਹੈ। ਇਹ ਤੋਂ ਕੋਈ ਸਬਕ ਲੈ ਲੈਂਦੀ ਕਾਂਗਰਸ, ਪਰ ਸਬਕ ਲੈਣ ਦੀ ਥਾਂ ਦੇ ਉੱਤੇ ਫੇਰ ਤੋਂ ਲਗਾਤਾਰ ਆਪ ਹੀ ਆਪਣੀ ਪਾਰਟੀ ਨੂੰ ਤੋੜਨ ਦਾ ਕੰਮ ਇਸ ਪਰਿਵਾਰ ਨੇ ਕੀਤਾ। ਜੀ ਡਾਕਟਰ ਸਾਹਿਬ ਜੀ ਤੁਸੀਂ ਗੱਲ ਕਰ ਲਓ। ਡਾਕਟਰ ਸਾਹਿਬ ਮੈਂ ਫਿਰ ਸਵਾਲ ਕਰਦਾ ਤੁਹਾਨੂੰ, ਤੁਸੀਂ ਕਰ ਲਓ ਗੱਲ ਆਪਣੀ ਜਿਹੜੀ ਸ਼ੀਸ਼ੀ ਦੀ। ਜੀ ਕਾਂਗਰਸ ਦੇ ਬਾਰੇ ਮੈਂ ਜ਼ਰੂਰ ਕਰਨਾ ਕਿ ਕਾਂਗਰਸ ਜਿਹੜੀ ਹੈ, ਮੈਂ ਤੁਹਾਨੂੰ ਅੱਗੇ ਵੀ ਇਹ ਕਈ ਵਾਰੀ ਗੱਲ ਕਹੀ ਹੈ ਕਿ ਕਾਂਗਰਸ ਦੀ ਜਿਹੜੀ ਹੋਂਦ ਹੈ ਨਾ, ਸਿਰਫ ਇਹ ਹੈ ਕਿ ਅਜੇ ਵੀ 20% ਉਹਨਾਂ ਦੀ ਹਿੰਦੁਸਤਾਨ ਦੇ ਵਿੱਚ ਵੋਟ ਹੈ। ਲੇਕਿਨ ਇਹ ਜਿਹੜਾ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਨੇ, ਇਹਦੇ ਵਿੱਚ ਖਾਸ ਕਰਕੇ ਰਾਹੁਲ ਨੇ ਤੇ ਡਿਸਾਈਡ ਕਰ ਲਿਆ ਕਿ ਮੈਂ ਕਾਂਗਰਸ ਨੂੰ ਖਤਮ ਕਰਕੇ, ਹਾਂਜੀ, ਜਿਸ ਤਰ੍ਹਾਂ ਗੋਰਬਾਚੋਵ ਨੇ ਰਸ਼ੀਆ ਨੂੰ ਖਤਮ ਕੀਤਾ ਸੀ, ਇੱਦਾਂ ਮੇਰੇ ਖਿਆਲ ਕਾਂਗਰਸ ਦਾ ਖਤਮ ਦਾ ਇੱਕ ਏਮ ਹੈ ਰਾਹੁਲ ਗਾਂਧੀ ਦਾ ਕਿ ਮੈਂ ਇਸ ਪਾਰਟੀ ਨੂੰ ਖਤਮ ਕਰਨਾ, ਔਰ ਉਹ ਕਰ ਵੀ ਚੁੱਕਿਆ। ਜਿਹੜਾ ਅੱਜ ਵੀ ਉਹਨੇ ਲੇਟੈਸਟ ਬਿਆਨ ਦਿੱਤਾ ਜਿਹਦੇ ਵਿੱਚ ਉਹਨੇ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਦਲੇਰ ਨਹੀਂ ਰਹਿਣਾ ਚਾਹੁੰਦਾ ਉਹ ਛੱਡ ਦੇਵੇ, ਹਾਂਜੀ, ਮੈਨੂੰ ਕੋਈ ਪਰਵਾਹ ਨਹੀਂ। ਇਹ ਬਿਆਨ ਉਹਨੇ ਅੱਗੇ ਵੀ ਦਿੱਤਾ ਸੀ, ਮੈਂ ਤੁਹਾਡੇ ਪ੍ਰੋਗਰਾਮ 'ਚ ਗੱਲ ਕੀਤੀ ਸੀ। ਨੰਬਰ 1। ਨੰਬਰ 2, ਅਗਰ ਕਿਤੇ ਅਕਲ ਹੁੰਦੀ ਸੋਨੀਆ ਗਾਂਧੀ ਨੂੰ ਜਾਂ ਰਾਹੁਲ ਨੂੰ ਜਾਂ ਪ੍ਰਿਯੰਕਾ ਨੂੰ, ਤੇ ਇਹ ਕੈਪਟਨ ਨੂੰ ਔਰ ਨਵਜੋਤ ਨੂੰ ਦਿੱਲੀ ਦੇ ਵਿੱਚ ਇੱਕ ਟੇਬਲ ਤੇ ਆਪਣੇ ਨਾਲ ਬਿਠਾਉਂਦੇ, 3-4 ਘੰਟੇ ਗੱਲਾਂ ਕਰਦੇ, ਹਾਂਜੀ, ਉਹਦੇ ਵਿੱਚੋਂ ਸ਼ਾਇਦ ਕੁਝ ਸੋਲਿਊਸ਼ਨ ਨਿਕਲਦਾ। ਤੁਸੀਂ ਇਮੈਜਿਨ ਕਰੋ, ਉਹਨੂੰ ਅਲੱਗ ਮਿਲਦੇ ਪਏ ਨੇ, ਦੋ ਦੀ ਆਪਸ ਵਿੱਚ ਲੜਾਈ ਹੈ,
ਇਹਨਾਂ ਦੀ ਲੜਾਈ ਹੈ, ਉਹਨਾਂ ਨੂੰ ਇਕੱਠਾ ਬਿਠਾ ਕੇ, ਇਹਨਾਂ ਨੂੰ ਅਜੇ ਤੱਕ ਅਕਲ ਨਹੀਂ ਆਈ ਕਿ ਉਹਨਾਂ ਦੋਨਾਂ ਨੂੰ ਇਕੱਠਾ ਬਿਠਾ ਕੇ ਅਸੀਂ ਗੱਲ ਕਰੀਏ। ਸੋ ਮੈਂ ਸਮਝਦਾ ਕਿ ਐਸ ਫਾਰ ਕਾਂਗਰਸ ਇਜ਼ ਕੰਸਰਨ, ਪੰਜਾਬ ਦੇ ਵਿੱਚ ਨਾਲ ਤੇ ਰਾਹੁਲ ਗਾਂਧੀ ਜਿੱਤਿਆ ਸੀ, ਇਹਨਾਂ ਨੇ ਗੱਲ ਕੀਤੀ ਕਿ ਇਹ ਹਮੇਸ਼ਾ ਹੀ ਦੋ ਲੀਡਰ ਕ੍ਰੀਏਟ ਕਰਦੇ ਰਹੇ ਨੇ ਸਾਰੀਆਂ ਸਟੇਟਾਂ ਦੇ ਵਿੱਚ। ਇਹ ਇੰਦਰਾ ਨੇ ਕੰਮ ਸੀਗਾ, ਔਰ ਉਹਦੇ ਬਾਅਦ ਖੈਰ ਰਾਜੀਵ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਇਹ ਕੰਮ ਕਰਨ ਦਾ। ਲੇਕਿਨ ਉਹਦੇ ਬਾਅਦ ਜਦੋਂ ਸੋਨੀਆ ਆਈ ਹੈ, ਉਹਨੇ ਉਹ ਇੰਦਰਾ ਗਾਂਧੀ ਤੋਂ ਜਿਹੜੀ ਚੀਜ਼ ਸਿੱਖੀ ਹੋਈ ਸੀ ਉਹਨੇ ਜਾਰੀ ਰੱਖਿਆ ਵੀ ਇੱਕ ਜਿਹੜਾ ਪਾਵਰਫੁਲ ਲੀਡਰ ਕਿਸੇ ਸਟੇਟ ਦੇ ਵਿੱਚ ਵੀ ਨਾ ਬਣਨ ਦਿਓ। ਇਸੇ ਕਰਕੇ ਅੱਜ ਤੁਸੀਂ ਦੇਖੋ ਜੋਤੀਰਾਜਾ ਸਿੰਧੀਆ ਬਾਹਰ ਨਿਕਲ ਗਿਆ ਜੀ, ਆਪਣੇ ਜਤਿੰਦਰ ਪ੍ਰਸਾਦ ਦਾ ਮੁੰਡਾ ਬਾਹਰ ਨਿਕਲ ਗਿਆ, ਆਪਣਾ ਇਸ ਵਕਤ ਪਾਇਲਟ ਦਾ ਜੀ ਉਹ ਜਿਹੜਾ ਉਹ ਨਿਕਲ ਨੂੰ ਫਿਰਦਾ ਪਿਆ, ਉਹਨੂੰ ਕੋਈ ਅੱਛਾ ਰਸਤਾ ਨਹੀਂ ਮਿਲਦਾ ਪਿਆ ਬਾਹਰ ਨਿਕਲਦਾ। ਔਰ ਹੁੱਡਾ ਜਿਹਦੀ ਵਜ੍ਹਾ ਕਰਕੇ ਥੋੜੀ ਬਹੁਤੀ ਕਾਂਗਰਸ ਹੈਗੀ ਆ ਹਰਿਆਣਾ ਦੇ ਵਿੱਚ, ਭਾਵੇਂ ਉਹ ਕਰਪਟ ਤੇ ਸਾਰੇ ਹੀ ਨੇ ਜੀ, ਲੇਕਿਨ ਐਟ ਦੀ ਸੇਮ ਟਾਈਮ ਹੁੱਡਾ ਦੀ ਵਜ੍ਹਾ ਕਰਕੇ ਉੱਥੇ ਕਾਂਗਰਸ ਹੈ। ਇਹ ਪਿਛਲੀ ਵਾਰੀ ਜਿਹੜਾ ਇਲੈਕਸ਼ਨ ਪੰਜਾਬ 'ਚ ਜਿੱਤਿਆ ਗਿਆ, ਇਹ ਕੋਈ ਰਾਹੁਲ ਗਾਂਧੀ ਨੇ ਥੋੜਾ ਜਿੱਤਿਆ, ਇਹ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਉੱਪਰ ਔਰ ਲਾਸਟ ਮੂਮੈਂਟ ਦੇ ਉੱਪਰ ਬੀਜੇਪੀ ਨੇ ਕੰਪੈਲ ਕੀਤਾ ਹਾਂਜੀ ਅਕਾਲੀ ਪਾਰਟੀ ਨੂੰ ਕਿ ਭਾਈ ਅਸੀਂ ਆਮ ਆਦਮੀ ਪਾਰਟੀ ਨੂੰ ਨਹੀਂ ਜਿੱਤਣ ਦੇਣਾ, ਅਸੀਂ ਔਰ ਤੁਸੀਂ ਆਪਣੀਆਂ ਵੋਟਾਂ ਜਿਹੜੀਆਂ ਨੇ ਕਾਂਗਰਸ ਨੂੰ ਪਾਓ। ਇਹ ਲਾਸਟ ਮੂਮੈਂਟ ਤੇ 48 ਘੰਟੇ ਦੇ ਵਿੱਚ ਇਹ ਸਾਰਾ ਫੈਸਲਾ ਹੋਇਆ। ਸੋ ਇਸ ਕਰਕੇ ਇਹ ਜਿੱਤੇ ਨੇ, ਇਹ ਨਾ ਤੇ ਸੋਨੀਆ ਜਿੱਤੀ, ਨਾ ਰਾਹੁਲ ਤੇ ਨਾ ਪ੍ਰਿਯੰਕਾ ਜੀ। ਜਿਹੜਾ ਡਾਕਟਰ ਸਾਹਿਬ ਹਰਿਆਣੇ ਦੀ ਆਪਾਂ ਨਾਲ ਜੋੜ ਕੇ ਗੱਲ ਕਰ ਰਹੇ ਹਾਂ, ਹਰਿਆਣੇ 'ਚ ਜਿਹੜੀ ਗੇਮ ਖੇਡੀ ਗਈ ਸੀ ਜਾਟ ਵਰਸਸ ਅਦਰਸ, ਤੇ ਉੱਥੇ ਬੀਜੇਪੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਬਣਾ ਲਿਆ ਸੀਗਾ। ਜਾਟ ਐਜੀਟੇਸ਼ਨ ਵੀ ਹੋਈ ਸੀ, ਜਿਹਦੇ ਬੜੇ ਖਤਰਨਾਕ ਸਿੱਟੇ ਵੀ ਆਪਾਂ ਵੇਖੇ ਸੀਗੇ, ਔਰ ਉਹ ਹੁਣ ਤੇ ਇਹ ਕਿਹਾ ਜਾ ਰਿਹਾ ਕਿ ਉਹ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਸੀ। ਉਹਦੇ ਵਿੱਚ ਕੁਝ ਲੋਕਾਂ ਨੂੰ ਇਸ ਤਰ੍ਹਾਂ ਪਾ ਦਿੱਤਾ ਗਿਆ ਸੀ ਕਿ ਉਹਨਾਂ ਨੇ ਜਿਹੜੇ ਗੁੰਡਾ ਤੰਤਰ ਹੁੰਦਾ, ਜਿਹੜਾ ਜਿਸ ਤਰ੍ਹਾਂ ਉਹਨਾਂ ਨੂੰ ਯੂਜ਼ ਕਰ ਲਿਆ ਜਾਂਦਾ, ਉਹਨਾਂ ਵੱਲੋਂ ਕੀਤੀਆਂ ਗੱਲਾਂ ਸੀ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਸਕਸੈਸਫੁਲ ਹੋ ਗਈ ਸੀ। ਪਰ ਪੰਜਾਬ ਦੇ ਧਰਾਤਲ 'ਤੇ ਜਦੋਂ ਆਪਾਂ ਗੱਲ ਕਰਦੇ ਹਾਂ, ਤੇ ਉੱਥੇ ਭਾਵੇਂ ਆਪਾਂ ਜੋ ਮਰਜ਼ੀ ਕਹਿ ਲਈਏ, ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ, ਜਾਟ ਦਾ, ਨੌਨ ਜਾਟ ਦਾ ਕੋਈ ਇੰਨਾ ਵੱਡਾ ਵਿਤਕਰਾ ਜਾਂ ਪਾੜਾ ਨਹੀਂ ਆ ਕਿ ਉਹਨੂੰ ਇਲੈਕਸ਼ਨ ਦੇ ਵੋਟ ਬੈਂਕ ਵਾਂਗੂ ਬਣਾ ਲਿਆ ਕੋਈ ਪਾਰਟੀ। ਅਜੇ ਤੱਕ ਹਾਲਾਤ ਭਾਵੇਂ ਪੰਜਾਬ ਦੇ ਭਾਰਤ ਦੇ ਬਾਕੀ ਸਟੇਟਾਂ ਨਾਲੋਂ ਜ਼ਿਆਦਾ ਖਤਰਨਾਕ ਵੀ ਵੇਖ ਲਏ ਆਪਾਂ, 84 ਵਾਲਾ ਐਪੀਸੋਡ ਵੇਖ ਲਈਏ, ਜਾਂ 78 ਤੋਂ ਲੱਗ ਕੇ, ਜਾਂ 66 ਵੀ ਜਿਹੜਾ ਪੁਰਾਣਾ ਜਦੋਂ ਬਣਿਆ ਸੀਗਾ, ਸਟੇਟ ਦਾ ਵੱਖਰਾ ਵੰਡ ਹੋਈ ਸੀਗੀ, ਹਰਿਆਣਾ ਤੇ ਹਿਮਾਚਲ ਬਣਾਏ ਗਏ, ਉਸ ਤੋਂ ਪਹਿਲਾਂ ਵੀ ਕੁਝ ਕੁ ਧਿਰਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਪਾੜਾ ਹੈ ਇਹਨੂੰ ਵਧਾਇਆ ਜਾਵੇ। ਪਰ ਪੰਜਾਬੀਆਂ ਨੇ ਕਿਤੇ ਨਾ ਕਿਤੇ ਆਪਣਾ ਜਿਹੜਾ ਇਹ ਭਾਈਚਾਰਕ ਏਕਤਾ ਉਹ ਬਣਾ ਕੇ ਰੱਖੀ ਸੀ। ਤੇ ਅੱਜ ਵੀ ਉਮੀਦ ਇਹੀ ਆ ਕਿ ਰਾਜਨੀਤਿਕ ਲੋਕ ਜਿੰਨੀਆਂ ਮਰਜ਼ੀ ਚਾਲਾਂ ਚੱਲਦੇ ਜਾਣ, ਲੋਕ ਘੱਟੋ ਘੱਟ ਇਸ ਪਾਸੇ ਨਹੀਂ ਤੁਰਨਗੇ। ਦਸਾਂਝ ਸਾਹਿਬ, ਤੁਸੀਂ ਕਿੱਦਾਂ ਸੋਚ ਰਹੇ ਹੋ ਕਿ ਕੀ ਇਹ ਪੋਲੀਟੀਕਲ ਜਿਹੜਾ ਤੰਤਰ ਹੈ, ਜਿਸ ਤਰੀਕੇ ਨਾਲ ਪੰਜਾਬ ਦੇ ਭਾਈਚਾਰਕ ਏਕੇ ਨੂੰ ਵਿਗਾੜ ਕੇ ਆਪਣਾ ਵੋਟ ਬੈਂਕ ਬਣਾ ਰਿਹਾ ਹੈ, ਚਾਹੇ ਉਹ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ, ਹੁਣ ਤਾਂ ਸਾਰੇ ਇੱਕੋ ਜਿਹੇ ਨੇ, ਕੋਈ ਕਿਸੇ ਫਰਕ ਨਹੀਂ ਆ। ਇੱਥੋਂ ਤੱਕ ਕਿ ਕੇਜਰੀਵਾਲ ਨੇ ਵੀ ਇਸ ਤਰ੍ਹਾਂ ਹੀ ਕਰਕੇ ਕਿ ਪੰਜਾਬ ਦਾ ਮੁੱਖ ਮੰਤਰੀ, ਆਪਾਂ ਅੱਗੇ ਵੀ ਗੱਲ ਕਰਕੇ ਹਟੇ ਹਾਂ ਕਿ ਪੰਜਾਬ ਨੂੰ ਪਗੜੀ ਵਾਲਾ ਸਿੱਖ ਚਿਹਰਾ ਨਹੀਂ ਚਾਹੀਦਾ, ਪੰਜਾਬ ਨੂੰ ਦਲਿਤ ਲੀਡਰ ਨਹੀਂ ਚਾਹੀਦਾ, ਪੰਜਾਬ ਨੂੰ ਹਿੰਦੂ ਲੀਡਰ ਨਹੀਂ ਚਾਹੀਦਾ, ਪੰਜਾਬ ਨੂੰ ਉਹ ਲੀਡਰ ਚਾਹੀਦਾ ਜਿਹੜਾ ਪੰਜਾਬ ਲਈ ਕੁਝ ਕਰ ਸਕੇ, ਭਾਵੇਂ ਕੋਈ ਵੀ ਹੋਵੇ। ਤੇ ਇਹ ਜਿਹੜੀ ਵੋਟ ਰਾਜਨੀਤੀ ਆ, ਕੀ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਸਕਸੈਸਫੁਲ ਹੋ ਜਾਏਗੀ? ਦੇਖੋ, ਮੈਂ ਸਮਝਦਾ ਕਿ ਵੀ ਬੜੇ ਤਿੱਖੇ ਰੂਪ ਦੇ ਵਿੱਚ ਇਸ ਵਾਰ ਇਦਾਂ ਦੇ ਯਤਨ ਕੀਤੇ ਜਾ ਰਹੇ ਆ। ਮਤਲਬ ਵੀ ਪਹਿਲੀ ਵਾਰ ਸ਼ਾਇਦ ਮੈਂ ਤਾਂ ਇਦਾਂ ਦਾ ਸੀਨ ਜਿਹੜਾ ਪਹਿਲੀ ਵਾਰ ਦੇਖ ਰਿਹਾ ਕਿ ਸਾਰੀਆਂ ਪਾਰਟੀਆਂ ਇੱਕੋ ਸੁਰ ਦੇ ਵਿੱਚ ਦਲਿਤ, ਹਿੰਦੂ, ਸਿੱਖ ਇਹਦੇ ਆ ਕੇ ਉਲਝ ਗਈਆਂ ਨੇ। ਤੇ ਪਰਸੋਂ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਬਿਆਨ ਦਿੱਤਾ, ਇੱਕ ਤਾਂ ਉਹਨੇ ਕਿਹਾ ਵੀ ਕਿਸਾਨਾਂ ਦੇ ਮਾਮਲੇ 'ਤੇ ਵੀ ਮੈਂ ਪਾਰਲੀਮੈਂਟ ਦੇ ਵਿੱਚ ਕੰਮ ਰੋਕੂ ਮਤਾ ਲੈ ਕੇ ਆਉਣਾ, ਉੱਥੇ ਵੀ ਦਿਖਾਵੇ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਹੈ। ਦੂਜੀ ਉਹਨੇ ਕਿਹਾ ਕਿ ਅਸੀਂ 2 ਡਿਪਟੀ ਸੀਐਮ ਬਣਾਉਣੇ ਆ, ਸਾਡੀ ਸਰਕਾਰ ਆ ਗਈ ਤਾਂ ਇੱਕ ਹੋਊਗਾ ਹਿੰਦੂ ਤੇ ਇੱਕ ਹੋਊਗਾ ਦਲਿਤ। ਕਦੀ ਇਹ ਵੀ ਕਹਿ ਕੇ ਦੇਖ ਲੈਂਦਾ ਵੀ ਅਸੀਂ ਜਿਹੜਾ ਮੁੱਖ ਮੰਤਰੀ ਆ ਉਹ ਬਣਾਉਣਾ ਜੀ ਦਲਿਤ ਜਾਂ ਹਿੰਦੂ, ਆਪਣੇ ਆਪ ਨੂੰ ਪਿੱਛੇ ਰੱਖ ਲੈਂਦਾ, ਤਾਂ ਸਮਝ ਆਉਂਦੀ ਵੀ ਸੱਚੀ ਕੋਈ ਵੀ ਭਾਈ ਇਹ ਬੰਦਾ ਇਮਾਨਦਾਰ ਆ ਕਿਸੇ ਮਾਮਲੇ ਦੇ ਵਿੱਚ। ਮੁੱਖ ਮੰਤਰੀ ਤਾਂ ਸਾਰੀ ਸਾਫ਼ ਹੈ ਕਿ ਹਾਂ ਜੀ ਇੱਧਰੋਂ ਕੋਈ ਜਿੱਤੂਗਾ ਕੈਪਟਨ ਅਮਰਿੰਦਰ ਮੁੱਖ ਮੰਤਰੀ ਆ ਜੀ, ਇੱਧਰੋਂ ਜਿੱਤੂਗਾ ਤਾਂ ਭਗਵੰਤ ਮਾਨ ਮੁੱਖ ਮੰਤਰੀ ਆ, ਉੱਧਰੋਂ ਜਿੱਤੂਗਾ ਸੁਖਬੀਰ ਬਾਦਲ ਮੁੱਖ ਮੰਤਰੀ ਆ।
ਪੱਤੇ ਖੇਡੇ ਜਾ ਰਹੇ ਆ ਦਲਿਤ ਹਿੰਦੂ ਦੇ ਡਿਪਟੀ ਸੀਐਮ ਦੇ ਨਾਂ ਦੇ ਉੱਤੇ, ਤੇ ਸਾਰੇ ਜਿਹੜੇ ਮਤਲਬ ਪੋਲੀਟੀਕਲ ਪਾਰਟੀਆਂ ਇੱਕ ਰੰਗ ਦੀਆਂ ਹੋ ਗਈਆਂ। ਜਿੱਦਾਂ ਮੈਂ ਤਾਂ ਅਕਸਰ ਕਹਿੰਦਾ ਕਿ ਇਹਨਾਂ ਦਾ ਪੋਲੀਟੀਕਲ ਕਰੈਕਟਰ ਸੇਮ ਹੈ, ਪਰ ਬੜੀ ਖਤਰਨਾਕ ਖੇਡ ਹੈ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵੰਡ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਦਲਿਤ ਹਿੰਦੂ, ਈਵਨ ਸਾਡੇ ਵੱਡੇ ਲੇਖਕ ਵੀ ਕਈ ਇਹਦੇ 'ਚ ਫਸ ਜਾਂਦੇ ਆ। ਸਾਡੇ ਇੱਕ ਨਾਟਕਕਾਰ ਨੇ ਕੱਲ ਫੇਸਬੁੱਕ ਦੇ ਉੱਤੇ ਮਨੀਸ਼ ਤਿਵਾੜੀ ਦਾ ਜਿਹੜਾ ਟਵੀਟ ਸੀ, ਉਹਦੇ ਚੋਂ ਸਾਰਾ ਉਹਦਾ ਟਵੀਟ ਕੱਢ ਕੇ ਉਹ ਛਾਪ ਕੇ ਉਹਦੇ ਥੱਲੇ ਇਹ ਲਿਖਿਆ ਵੀ ਦੱਸੋ ਪੰਜਾਬ ਦੇ ਕਿਸੇ ਹਿੰਦੂ ਨੇ ਕਦੇ ਪੰਜਾਬ ਲਈ ਲੜਾਈ ਲੜੀ ਹੈ? ਦੱਸੋ ਕਿਸੇ ਪੰਜਾਬ ਦੇ ਦਲਿਤ ਨੇ ਪੰਜਾਬ ਦੀ ਲੜਾਈ ਲੜੀ ਹੈ? ਸਵਾਲ ਪੈਦਾ ਹੁੰਦਾ। ਥੱਲੇ ਗੁਰਮੀਤ ਕੜਿਆਲ ਵੀ ਸਾਡਾ ਕਹਾਣੀਕਾਰ ਹੈ, ਉਹਨੇ ਕਮੈਂਟ ਵੀ ਤੁਸੀਂ ਇਹ ਕਿੱਦਾਂ ਦਾਅਵਾ ਕਰ ਸਕਦੇ ਹੋ ਵੀ ਇਕੱਲੇ ਸਿੱਖ ਹੀ ਪੰਜਾਬ ਲਈ ਲੜਦੇ ਆ, ਹਿੰਦੂ ਨਹੀਂ ਲੜਦਾ ਜਾਂ ਦਲਿਤ ਨਹੀਂ ਲੜਦਾ? ਇਹ ਖੇਡ ਸ਼ੁਰੂ ਹੋ ਗਈ ਆ ਤੇ ਇਹ ਜਾਲ ਦੇ ਵਿੱਚ ਮਤਲਬ ਬੁੱਧੀਜੀਵੀ ਤਬਕਾ ਵੀ ਫਸ ਰਿਹਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਸੁਚੇਤ ਹੋ ਕੇ ਇਸ ਖੇਡ ਨੂੰ ਨੰਗਾ ਕਰਨ ਦੀ ਜ਼ਰੂਰਤ ਹੈ। ਪੰਜਾਬ ਨੂੰ ਪੰਜਾਬੀ ਬੰਦਾ ਚਾਹੀਦਾ ਹੈ। ਜਦੋਂ ਸਿੱਖ ਚਿਹਰੇ ਦੀ ਗੱਲ ਕਰਦਾ ਅਰਵਿੰਦ ਕੇਜਰੀਵਾਲ, ਉਦੋਂ ਹੀ ਅਸੀਂ ਗੱਲ ਕਰ ਰਹੇ ਸੀ ਵੀ ਕਿਹੜਾ ਅਲਟਰਨੇਟ ਪੋਲਿਟਿਕਸ ਦੇ ਰਿਹਾ ਜੀ ਅਰਵਿੰਦ ਕੇਜਰੀਵਾਲ। ਮਤਲਬ ਕਮਾਲ ਦੀ ਗੱਲ ਹੈ ਵੀ ਤੁਸੀਂ ਆ ਕੇ ਪੰਜਾਬ ਦੇ ਵਿੱਚ ਇੱਦਾਂ ਦੀਆਂ ਗੱਲਾਂ ਕਰੋਗੇ, ਪਰ ਜੇ ਸਿੱਖ ਚਿਹਰੇ ਦੀਆਂ ਕੋਈ ਹਿੰਦੂ ਦੀ ਗੱਲ ਕਰੇਗਾ, ਕੋਈ ਦਲਿਤ ਦੀ ਗੱਲ ਕਰੂਗਾ, ਪੰਜਾਬੀ ਦੀ ਗੱਲ ਕੌਣ ਕਰੂਗਾ? ਪੰਜਾਬ ਪ੍ਰਤੀ ਤਾਂ ਸਾਰਿਆਂ ਦਾ ਪੈਂਤੜਾ ਜਿਹੜਾ ਹੈ ਉਹ ਐਂਟੀ ਪੰਜਾਬ ਹੈ, ਚਾਹੇ ਉਹ ਪੰਜਾਬ ਦੀ ਕੋਈ ਖੇਤਰੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ। ਸ਼੍ਰੋਮਣੀ ਅਕਾਲੀ ਦਲ ਦਾ ਤਾਂ ਪੈਂਤੜਾ ਉਦੋਂ ਹੀ ਪੰਜਾਬ ਐਂਟੀ ਪੰਜਾਬ ਹੋ ਗਿਆ ਜਦੋਂ ਉਹਨੇ ਭਾਰਤੀ ਜਨਤਾ ਪਾਰਟੀ ਵਰਗੀ ਜਿਹੜੀ ਕੇਂਦਰ ਉਹ ਸਾਰੀ ਤਾਕਤ ਰੱਖਣ ਵਾਲੀ ਜਿਹੜੀ ਹੈਗੀ ਹਮਾਇਤੀ ਜਾਂ ਉਹਦੇ 'ਤੇ ਕੰਮ ਕਰਦੀ, ਉਹਦੇ ਨਾਲ 25 ਸਾਲ ਰਿਸ਼ਤਾ ਰੱਖਿਆ ਤੇ ਉਸ ਤੋਂ ਪਹਿਲਾਂ ਜਨਸੰਘ ਨਾਲ ਰਿਸ਼ਤਾ ਰੱਖਿਆ। ਇਹ ਕਿਹੜੇ ਪੰਜਾਬ ਦਾ ਪੱਖ ਦੀ ਗੱਲ ਹੈ? ਇਹਦੇ ਕਾਂਗਰਸ ਪਾਰਟੀ ਹੈ, ਸੈਕੂਲਰਿਜ਼ਮ ਦਾ ਇੱਕ ਉਹਨੇ ਪਾਇਆ ਹੋਇਆ ਜੀ ਆਪਣੇ ਤੇ ਲਵਾਦਾ, ਤੇ ਕਿਹੜਾ ਸੈਕੂਲਰਿਜ਼ਮ ਹੈ ਉਹਦੇ ਕੋਲ? ਅਸੀਂ ਦੇਖ ਲਿਆ, 84 ਵੀ ਦੇਖ ਲਿਆ, ਉਸ ਤੋਂ ਬਾਅਦ ਵੀ ਬੜਾ ਕੁਝ ਹੋਇਆ ਉਹ ਵੀ ਦੇਖ ਲਿਆ। ਸੋ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨਾਂ ਹੁਣ ਵੱਖੋ ਵੱਖਰੇ ਆ, ਪੋਲੀਟੀਕਲ ਕਰੈਕਟਰ ਇੱਕੋ ਜਿਹੇ ਆ, ਥੋੜ੍ਹੇ ਬਹੁਤ ਫਰਕ ਦੇ ਨਾਲ ਇੱਕੋ ਜਿਹਾ ਇਹਨਾਂ ਦਾ ਵਿਹਾਰ ਹੈ। ਪੰਜਾਬ ਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਹੈ, ਪੰਜਾਬ ਨੂੰ ਕੋਈ ਉਮੀਦ ਨਹੀਂ ਹੈ, ਪਰ ਲੋਕ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ, ਇੰਨੇ ਕਨਫਿਊਜ਼ ਹੋ ਗਏ ਨੇ ਅਸੀਂ ਕਰੀਏ ਕੀ। ਕਿ ਅਲਟਰਨੇਟ ਸਾਹਮਣੇ ਆਉਂਦਾ ਹੈ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਇਹ ਅਲਟਰਨੇਟ ਸੁਣੋ ਸੀ, ਇਹ ਤਾਂ ਇੱਦਾਂ ਦਾ ਹੀ ਸੀ, ਹੁਣ ਕੋਈ ਅਲਟਰਨੇਟ ਵੀ ਹੈ ਨਹੀਂ। ਸੋ ਜਿੱਦਾਂ ਹਰੀਸ਼ੰਕਰ ਪਾਰਸਾਈ ਦੀ ਇੱਕ ਕਹਾਣੀ ਦਾ ਮੈਂ ਜ਼ਿਕਰ ਕਰਦਾ ਹੁੰਦਾ ਵੀ ਦੋ ਹੀ ਬਨੈਣਾ ਨੇ ਸਾਡੇ ਕੋਲ, ਇੱਕ ਮੈਲੀ ਹੋ ਜਾਂਦੀ ਆ ਲਾ ਕੇ ਨੀਲੀ ਤੇ ਟੰਗ ਦਿੰਦੇ, ਪਹਿਲਾਂ ਲਾਈ ਹੁੰਦੀ ਚੱਕ ਕੇ ਪਾ ਲੈਂਦੇ ਆ। ਬਸ ਇਹੀ ਸਿਲਸਿਲਾ ਲਗਾਤਾਰ ਚੱਲ ਰਿਹਾ। ਤੀਜੀ ਬਨੈਣ ਹੈ ਨਹੀਂ, ਤੀਜੀ ਆਈ ਸੀ ਉਹ ਪਹਿਲਾਂ ਇੰਨੀਆਂ ਮੋਰੀਆਂ ਸੀ ਉਹਦੇ 'ਚ ਆਮ ਆਦਮੀ ਪਾਰਟੀ ਵਾਲੀ ਜਿਹੜੀ ਬਨੈਣ ਸੀ ਉਹ ਵੀ ਲੋਕਾਂ ਨੇ ਨਕਾਰਤੀ। ਸੋ ਲੋਕ ਇਸ ਵੇਲੇ ਬਹੁਤ ਕਨਫਿਊਜ਼ ਨੇ ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਰਨਾ ਕੀ ਹੈ। ਇਸੇ ਕਰਕੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਵੀ ਇਸ ਕਨਫਿਊਜ਼ਨ ਦੇ ਵਿੱਚੋਂ ਹੀ ਆਪਾਂ ਆਪਣੇ ਹਿੱਤ ਜਿਹੜੇ ਆ ਉਹ ਪੂਰੇ ਕਰਦੇ ਜਾਣ। ਅਸੀਂ ਗੱਲਾਂ ਕਰਦੇ ਪਏ ਹਾਂ ਤਿੰਨ ਪੋਲੀਟੀਕਲ ਪਾਰਟੀ ਦੀਆਂ, ਹਾਂਜੀ, ਆਪ, ਕਾਂਗਰਸ ਤੇ ਅਕਾਲੀ। ਮੈਂ ਸਮਝਦਾ ਕਿ ਇਹਦੇ ਪਿੱਛੇ ਬੜਾ ਵੱਡਾ ਇੱਕ ਰੋਲ ਪਲੇ ਕਰੇਗੀ ਜੀ ਇਹ ਕਿਸਾਨ ਜਿਹੜੀ ਮੂਵਮੈਂਟ ਹੈ। ਉਹ ਕਿਸਾਨ ਮੂਵਮੈਂਟ ਦੇ ਵਿੱਚ ਵੀ ਇੱਕ ਦੋ ਫਾੜ ਹੋ ਗਏ ਨੇ। ਇੱਕ ਕਹਿ ਰਹੇ ਨੇ ਕਿ ਤੁਸੀਂ ਇਲੈਕਸ਼ਨ ਲੜੋ, ਦੂਜੇ ਕਹਿ ਰਹੇ ਨੇ ਇਹ ਸਾਡਾ ਕੰਮ ਨਹੀਂ ਹੈਗਾ। ਫਿਰ ਜਿਹੜਾ ਚੌਥਾ ਫਰੰਟ ਬਣਿਆ ਦਾ ਅਕਾਲੀ ਪਾਰਟੀ ਨੂੰ ਤੋੜ ਕੇ, ਉਹ ਅਕਾਲੀ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਏਗਾ ਉਹ ਵੀ ਸੋਚਣ ਵਾਲੀ ਗੱਲ ਹੈ। ਲੇਕਿਨ ਪੰਜਾਬ ਦੇ ਅਗਰ ਅਸੀਂ ਜ਼ਮੀਨ ਤੇ ਦੇਖੀਏ ਤੇ ਅਕਾਲੀ ਪਾਰਟੀ ਜੀ ਮੈਨੂੰ ਨਹੀਂ ਲੱਗਦਾ ਕਿ ਲੋਕ ਜਿਹੜੇ ਨੇ ਅਜੇ ਉਹਨੂੰ ਐਕਸੈਪਟ ਕਰਨ ਨੂੰ ਤਿਆਰ ਨੇ, ਕਿਉਂਕਿ ਜਿਹੜਾ ਮੁੱਦਾ ਹੈਗਾ ਹਾਂਜੀ ਬਰਗਾੜੀ ਦਾ ਤੇ ਦੂਸਰਾ, ਉਹ ਮੁੱਦੇ ਖਤਮ ਨਹੀਂ ਹੋਏ ਉਹਨਾਂ ਦੇ ਦਿਮਾਗ ਦੇ ਵਿੱਚੋਂ। ਦੈਟਸ ਨੰਬਰ 1। ਨੰਬਰ 2, ਕਾਂਗਰਸ ਦਾ ਜਿੱਥੋਂ ਤੱਕ ਤਾਲੁਕ ਹੈਗਾ ਹਾਂਜੀ, ਕੈਪਟਨ ਦਾ ਇੱਕ ਨਾਮ ਦਾ ਔਰਾ ਸੀਗਾ ਜਿਹੜਾ ਇਹਨਾਂ ਨੇ ਗੱਲ ਕੀਤੀ ਪਹਿਲਾਂ ਸੁਸ਼ੀਲ ਜੀ ਨੇ, ਲੇਕਿਨ ਉਹ ਔਰਾ ਵੀ ਇੰਨੀ ਜ਼ਿਆਦਾ ਉਹਨੇ ਪਿਛਲੇ 4-4.5 ਸਾਲਾਂ ਦੇ ਵਿੱਚ ਭੈੜੇ ਕੰਮ ਕੀਤੇ ਕਿ ਉਹ ਔਰਾ ਵੀ ਮੈਨੂੰ ਨਜ਼ਰ ਆਉਂਦਾ ਪਿਆ ਕਿ ਇੱਕ ਕਿਸਮ ਦਾ ਕਾਫੀ ਖਤਮ ਹੋ ਚੁੱਕਿਆ ਦਾ। ਆਮ ਆਦਮੀ ਪਾਰਟੀ ਦਾ ਅੱਜ ਰਾਘਵ ਚੱਡਾ ਜਿਹੜਾ ਹੁਣ MLA ਦਿੱਲੀ ਤੋਂ, ਰਾਘਵ ਚੱਡਾ ਚਾਰਟਰਡ ਅਕਾਊਂਟੈਂਟ ਹੈ, ਉਹ ਅੱਜ ਪੰਜਾਬ ਦੇ ਵਿੱਚ ਆ ਰਿਹਾ ਔਰ ਪੰਜਾਬ ਦੇ ਵਿੱਚ ਆ ਕੇ ਉਹਨੇ ਉੱਥੇ ਦੇ ਸਾਰੇ ਹਾਲਾਤ ਜਿਹੜੇ ਨੇ ਉਹ ਸਟੱਡੀ ਕਰਨੇ ਨੇ। ਪਹਿਲਾਂ ਪਿਛਲੀ ਵਾਰੀ ਸੰਜੇ ਨੂੰ ਭੇਜਿਆ ਸੀ, ਐਤਕੀ ਰਾਘਵ ਚੱਡੇ ਨੂੰ ਭੇਜ ਰਹੇ ਨੇ, ਯਾਨੀ ਕਿ ਉਹਨਾਂ ਨੂੰ ਵੀ ਇਹ ਸਮਝ ਨਹੀਂ ਆ ਰਹੀ ਵੀ ਅਸੀਂ ਕੀ ਕਰੀਏ। ਅੱਜ ਮੈਂ ਰਾਘਵ ਚੱਡੇ ਦਾ ਬਿਆਨ ਸੁਣ ਰਿਹਾ ਸੀ TV ਦੇ ਉੱਪਰ, ਔਰ ਉਹ ਕਹਿ ਰਿਹਾ ਸੀਗਾ ਜੀ ਕਿ ਐਤਕੀ ਤਾਂ ਸਾਨੂੰ ਕੋਈ ਹਰਾ ਹੀ ਨਹੀਂ ਸਕਦਾ, ਪਿਛਲੀ ਵਾਰੀ ਅਸੀਂ ਕੋਈ ਗਲਤੀਆਂ ਕੀਤੀਆਂ ਸੀ, ਅਸੀਂ ਉਹ ਤੋਂ ਅਕਲ ਸਿੱਖ ਲਈ ਹੈ। ਬਾਕੀ ਸਾਡੇ ਜਿਹੜੇ ਲੀਡਰ ਨੇ, ਉਹਨੇ ਇੱਥੋਂ ਤੱਕ ਵਰਡ ਯੂਜ਼ ਕੀਤਾ ਕਿ ਸਾਡੇ ਜਿਹੜੇ ਲੀਡਰ ਨੇ ਉਹ ਬਣੀਆਂ ਨੇ, ਉਹ ਇਹ ਨਹੀਂ ਸੋਚਦੇ
ਕਿ ਹਾਂ ਭਈ ਇੱਥੇ ਖਾਲਿਸਤਾਨੀ ਜਿਹੜਾ ਉਹਦੇ ਨਾਲ ਮੇਰੀ ਦੋਸਤੀ ਹੋਣੀ ਹੈ। ਉਹਨੇ ਲਫ਼ਜ਼ ਯੂਜ਼ ਕੀਤਾ ਬਕਾਇਦਾ ਟੀਵੀ ਦੇ ਉੱਪਰ, ਜੀ, ਉਹ ਵੀ ਇੰਡੀਆ ਟੁਡੇ ਦੇ ਉੱਪਰ, ਕਿ ਹਾਂ ਭਈ ਉਹ ਬਣੀਆਂ ਖਾਲਿਸਤਾਨ ਦੇ ਨਾਲ ਨਹੀਂ ਮਿਲ ਸਕਦਾ, ਗਲਤੀ ਸਾਡੇ ਤੋਂ ਹੋ ਗਈ ਹੈ ਪਿਛਲੀ ਵਾਰੀ, ਹੁਣ ਨਹੀਂ ਹੋਣਗੀਆਂ। ਸੋ ਮੈਂ ਸਮਝਦਾ ਕਿ ਇਹ ਬੜੀ ਕਨਫਿਊਜ਼ਿੰਗ ਜਿਹੀ ਪੋਜੀਸ਼ਨ ਹੈ। ਔਰ ਜੇ ਆਮ ਆਦਮੀ ਪਾਰਟੀ 10-12 ਸੀਟਾਂ ਵੀ ਲੈ ਜਾਏ ਤੇ ਬੜੀ ਵੱਡੀ ਗੱਲ ਹੋਏਗੀ। ਹਾਂ, ਇਹ 'ਚ ਇੱਕ ਹੈਗੀ ਇਹਦੇ ਪਿੱਛੇ, ਮੈਂ ਸੁਸ਼ੀਲ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਖਬਰ ਮੈਨੂੰ ਇੱਥੇ, ਕਿਉਂ ਮੈਂ ਪੰਜਾਬ ਦੇ ਕਾਫੀ ਬੰਦਿਆਂ ਨਾਲ ਗੱਲਬਾਤ ਕਰਦਾ, ਉਹ ਇਹ ਕਹਿੰਦੇ ਪਏ ਨੇ ਕਿ ਅੰਦਰੋਂ ਅੰਦਰ ਅਗਰ ਕਿਸਾਨ ਮੂਵਮੈਂਟ ਨੇ ਨਾ ਆਪਣੇ ਕੈਂਡੀਡੇਟ ਖੜੇ ਕੀਤੇ ਤੇ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਸਕਦੇ ਨੇ। ਇਹਦੇ 'ਚ ਕਿੰਨਾ ਕੁ ਸੱਚ ਹੈ? ਦੇਖੋ ਡਾਕਟਰ ਸਾਹਿਬ, ਗੱਲ ਇਹ ਆ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਕਰ ਦਿੰਦਾ ਕਿ ਕਿਸਾਨ ਜਥੇਬੰਦੀਆਂ ਨੇ ਕੋਈ ਆਪਣਾ ਕੈਂਡੀਡੇਟ ਨਹੀਂ ਦੇਣਾ। ਬਿਲਕੁਲ ਸਪਸ਼ਟ ਹੈ। ਭਾਵੇਂ ਗੁਰਨਾਮ ਸਿੰਘ ਚੜੂਨੀ ਨੇ ਫੇਰ ਕਿਹਾ ਹੁਣ ਵੀ ਜੇ ਕਾਮਰੇਡ ਚੋਣਾਂ ਲੜ ਸਕਦੇ ਆ ਤੇ ਫਿਰ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਚੋਣਾਂ ਲੜ ਸਕਦੀਆਂ। ਭਾਵੇਂ ਉਹਨੂੰ ਸਸਪੈਂਡ ਕੀਤਾ 7 ਦਿਨ ਲਈ, ਫੇਰ ਵੀ ਗੁਰਨਾਮ ਸਿੰਘ ਚੜੂਨੀ ਨੇ ਬਿਆਨ ਦਿੱਤਾ ਹੈ। ਪਰ ਗੁਰਨਾਮ ਸਿੰਘ ਚੜੂਨੀ ਦੇ ਇਸ ਬਿਆਨ ਦੀ ਪੰਜਾਬ ਦੀ ਪੋਲਿਟਿਕਸ ਤੇ ਕਿਸੇ ਵੀ ਕਿਸਮ ਦੀ ਕੋਈ ਉਹਦਾ ਅਸਰ ਨਹੀਂ ਪੈਣ ਵਾਲਾ। ਨਾ ਹੀ ਕਿਸਾਨ ਜਥੇਬੰਦੀਆਂ ਨੇ ਇਲੈਕਸ਼ਨ ਚੋਣਾਂ, ਉਹਨਾਂ ਦਾ ਬਿਲਕੁਲ ਸਪਸ਼ਟ ਫੈਸਲਾ ਹੈ ਵੀ ਅਸੀਂ ਡਾਇਰੈਕਟਲੀ ਚੋਣਾਂ 'ਚ ਹਿੱਸਾ ਨਹੀਂ ਲੈਣਾ। ਅੰਦੋਲਨ ਦੇ ਜਿੱਤਣ ਤੋਂ ਬਾਅਦ ਕੌਣ ਕਿੱਧਰ ਜਾਂਦਾ, ਕਿਹੜੀ ਸਿਆਸੀ ਪਾਰਟੀ ਜਾਂਦਾ, ਕੋਈ ਸਿਆਸੀ ਪਾਰਟੀ ਬਣਾਉਂਦਾ ਬਣਾ ਲਵੇ। ਪਰ ਇਸ ਨਾਜ਼ੁਕ ਦੌਰ ਦੇ ਵਿੱਚ ਜੇ ਕਿਸਾਨ ਅੰਦੋਲਨ ਨੇ ਇਸ ਪਾਸੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤਾਂ ਅੰਦੋਲਨ ਖਤਮ ਹੋ ਜਾਏਗਾ, ਖਿਲੜ ਜਾਏਗਾ। ਇਹ ਉਹਨਾਂ ਦੀ ਬੜੀ ਸਪਸ਼ਟ ਪਹੁੰਚ ਹੈ। ਹਾਂ, ਦੂਜੀ ਗੱਲ ਜਿਹੜੀ ਹੈ ਤੁਹਾਡੀ ਵੀ ਕਿ ਜੇ ਉਹ ਨਹੀਂ ਲੜਦੇ ਚੋਣ ਤਾਂ ਫਿਰ ਕੀ ਆਮ ਆਦਮੀ ਪਾਰਟੀ ਨੂੰ ਵੋਟ ਪੈ ਜਾਏਗੀ? ਤਾਂ ਬੜੀ ਕਲੀਅਰਲੀ ਗੱਲ ਤੁਹਾਨੂੰ ਮੈਂ ਦੱਸਦਾ ਵੀ 10-12 ਤਾਂ ਕਿਸਾਨ ਜਥੇਬੰਦੀਆਂ ਇੱਦਾਂ ਦੀਆਂ ਆ ਜਿਹੜੀਆਂ ਸਿੱਧੇ ਤੌਰ ਤੇ ਕਮਿਊਨਿਸਟ ਪਾਰਟੀਆਂ ਜਿਹੜੀਆਂ ਵੱਖ-ਵੱਖ ਜਾਂ ਧੜੇ ਜਿਹੜੇ ਆ ਉਹਨਾਂ ਦੀਆਂ ਫਰੰਟਲ ਆਰਗੇਨਾਈਜੇਸ਼ਨਸ ਹੈ। ਤੇ ਉਹਦੇ ਵਿੱਚੋਂ 2 ਜਿਹੜੀਆਂ ਕਮਿਊਨਿਸਟ ਪਾਰਟੀਆਂ ਚੋਣਾਂ 'ਚ ਵਿਸ਼ਵਾਸ ਨਹੀਂ ਰੱਖਦੀਆਂ, ਬਾਕੀ ਚੋਣਾਂ 'ਚ ਵਿਸ਼ਵਾਸ ਰੱਖਦੀਆਂ। ਉਹਨਾਂ ਦਾ ਆਪਣਾ ਫਰੰਟ ਬਣਨਾ ਪੰਜਾਬ ਦੇ ਵਿੱਚ। ਜੇ ਉਹਨਾਂ ਦਾ 4 ਪਾਰਟੀਆਂ ਦਾ ਅਕਸਰ ਬਣਦਾ ਹੁੰਦਾ, ਸਾਡਾ ਇੱਥੇ ਫਰੰਟ ਕਮਿਊਨਿਸਟ ਪਾਰਟੀਆਂ ਦਾ ਮੈਂ ਦੇਖਦਾ ਹੁੰਦਾ ਵੀ ਉਹਦੀ CPI ਹੁੰਦੀ ਹੈ, CPIM ਹੁੰਦੀ ਹੈ, RMPI ਹੁੰਦੀ ਹੈ, CPIML ਲਿਬਰੇਸ਼ਨ ਹੁੰਦੀ ਹੈ। ਜੋ 4 ਪਾਰਟੀਆਂ ਦਾ ਇੱਕ ਕਮਿਊਨਿਸਟ ਧੜਾ ਬਣਦਾ ਆ ਤੇ ਲਾਜ਼ਮੀ ਤੌਰ ਤੇ ਜਿਹੜੇ ਕਮਿਟਡ ਲੋਕ ਨੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦੀਆਂ, ਉਹ ਤਾਂ ਇਹਨਾਂ ਨੂੰ ਵੋਟ ਕਰਨਗੇ ਨਾ। ਤੇ ਬਾਕੀ ਜਿਹੜੇ ਆ ਉਹਦੇ ਚੋਂ ਕੁਝ ਜਿਹੜੇ ਆ ਉਹਨਾਂ ਦਾ ਕਿਸੇ ਨਾਲ ਵੀ ਕੋਈ ਬਹੁਤਾ ਸਿੱਧਾ ਰਾਬਤਾ ਨਹੀਂ ਆ। ਈਵਨ ਕੁਝ ਜਥੇਬੰਦੀਆਂ ਦਾ ਕਿਸੇ ਵੇਲੇ ਅਕਾਲੀ ਦਲ ਨਾਲ ਵੀ ਰਾਬਤਾ ਰਿਹਾ ਤੇ ਕੁਝ ਜਥੇਬੰਦੀਆਂ ਦਾ ਕਾਂਗਰਸ ਨਾਲ ਵੀ ਰਾਬਤਾ ਰਿਹਾ। ਇਹ ਵੋਟ ਇਕਜੁੱਟ ਨਹੀਂ ਹੈ। ਹਾਂ, ਜਿਹੜੀ ਕਾਮਨ ਵੋਟ ਹੈ, ਜਿਹੜੀ ਕਮਿਟਡ ਨਹੀਂ ਆ ਕਿਸਾਨ ਜਥੇਬੰਦੀਆਂ ਦੇ ਨਾਲ, ਜਿਹਨੂੰ ਮੈਂ ਫਲੋਟ ਵੋਟ ਕਹਿੰਦਾ, ਫਲੋਟਿੰਗ ਵੋਟ ਜਿਹੜੀ ਹੈ, ਉਹ ਜਿਹੜੀ ਫਲੋਟਿੰਗ ਵੋਟ ਹੈ 5-7%, 5% ਲਾ ਸਕਦੇ ਆ ਤੁਸੀਂ, ਉਹ ਵੋਟ ਕਿਤੇ ਵੀ ਜਾ ਸਕਦੀ ਹੈ। ਉਹ ਵੋਟ ਦਾ ਇੱਕ ਹਿੱਸਾ ਜਿਹੜਾ ਆ, ਚੰਗਾ ਹਿੱਸਾ, ਬਣਦਾ ਹਿੱਸਾ, ਆਮ ਆਦਮੀ ਪਾਰਟੀ ਨੂੰ ਪੈ ਸਕਦਾ। ਪਰ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਆਪਣੀ ਜਿਹੜੀ ਪੁਰਾਣੀ ਪਰਫਾਰਮੈਂਸ ਹੈ 2017 ਵਾਲੀ, ਉਹਨੂੰ ਰਿਪੀਟ ਕਰਨ ਦੀ ਹਾਲਤ 'ਚ ਨਹੀਂ ਜਾਣ ਵਾਲੀ। ਤੁਸੀਂ ਤਾਂ 10-12 ਕਿਹਾ, ਮੈਂ ਕਹਿੰਦਾ ਉਹ 5 ਸੀਟਾਂ ਨਹੀਂ ਜਿੱਤਦੀ ਦਿਖਾਈ ਦਿੰਦੀ। ਰਾਘਵ ਚੱਡਾ ਕਹਿੰਦਾ ਅਸੀਂ, ਸਾਨੂੰ ਕੋਈ ਹਰਾ ਨਹੀਂ ਸਕਦਾ। 5 ਸੀਟਾਂ ਤੋਂ ਵੱਧ ਨਹੀਂ ਆਮ ਆਦਮੀ ਪਾਰਟੀ ਜਿੱਤਦੀ ਇਸ ਹਾਲਤ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ। ਇੱਕ ਸਵਾਲ ਮੈਂ ਕਰਨਾ ਚਾਹੁੰਦਾ ਤੁਹਾਨੂੰ, ਜਿਵੇਂ ਤੁਸੀਂ ਐਨਾਲਿਸਿਸ ਕੀਤਾ ਹੈ ਕਮਿਊਨਿਸਟ ਧੜਿਆਂ ਦਾ ਕਿ ਉਹ ਉੱਥੇ ਵੋਟ ਪਾਉਣਗੇ, ਬਾਕੀ ਵੀ ਕਿਤੇ ਨਾ ਕਿਤੇ ਜੁੜੇ ਹੋਏ ਨੇ, ਕੋਈ ਕਾਂਗਰਸ ਨਾਲ ਜੁੜਿਆ ਹੋਇਆ, ਕੋਈ ਅਕਾਲੀਆਂ ਨਾਲ ਜੁੜਿਆ ਹੋਇਆ, ਤੇ ਫਿਰ ਆਪਾਂ ਬੜੇ ਚਿਰ ਤੋਂ ਦਾਅਵਾ ਕਰਦੇ ਆ ਰਹੇ ਹਾਂ ਸਾਰੇ ਜਣੇ ਮਿਲ ਕੇ, ਪੰਜਾਬ ਦਾ ਪੂਰਾ ਬੁੱਧੀਜੀਵੀ ਵਰਗ ਜਿਹੜਾ ਵਾ ਉਹਨੇ ਆਪਣੀ ਪੂਰੀ ਅਕਲ ਝੋਕ ਰੱਖੀ ਇਸ ਗੱਲ ਤੇ ਕਿ ਕਿਸਾਨ ਅੰਦੋਲਨ ਨੇ ਬਹੁਤ ਕੁਝ ਦੇ ਦਿੱਤਾ ਜੀ। ਕਿਸਾਨ ਅੰਦੋਲਨ ਫਿਜ਼ਾ ਹੀ ਬਦਲ ਦਊਗਾ ਪੰਜਾਬ ਦੀ, ਭਾਰਤ ਦੇ ਡੈਮੋਕ੍ਰੇਸੀ ਨੂੰ ਹੀ ਚੇਂਜ ਕਰ ਦੂਗਾ। ਕਿਸਾਨ ਅੰਦੋਲਨ ਨੇ ਚੇਤਨਾ ਦਾ ਪੱਧਰ ਇੰਨਾ ਉੱਪਰ ਲੈ ਆਂਦਾ ਹੈ ਕਿ ਹੁਣ ਵੇਖੋ ਅੱਗੇ ਕੇ ਬਣਦਾ ਕੀ। ਆਪਾਂ ਹਵਾ ਤੇ ਬਣਾ ਰਹੇ ਬੜੇ ਚਿਰ ਦੀ, ਤੇ ਅੱਜ ਅਸੀਂ ਅਜੇ 6 ਮਹੀਨੇ ਇਲੈਕਸ਼ਨਾਂ 'ਚ ਪਏ ਆ ਤੇ ਵੰਡੀਆਂ ਉੱਥੇ ਪਾ ਕੇ ਫਿਰ ਉੱਥੇ ਦੇ ਉੱਥੇ ਖੜੇ ਆ। ਫਿਰ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਗਿਣਾਉਣ ਲੱਗੇ ਆਪਾਂ। ਸਭ ਤੋਂ ਵੱਡੀ ਪ੍ਰਾਪਤੀ ਤੇ ਇਹੋ ਹੀ ਗਿਣਾਉਂਦੇ ਆ ਨਾ ਕਿ ਚੇਤਨਾ ਦਾ ਪੱਧਰ ਲੋਕਾਂ ਦਾ ਬਹੁਤ ਉੱਪਰ ਚੁੱਕਤਾ। ਤੇ ਜੇ ਕਮਿਊਨਿਸਟਾਂ ਦਾ ਚੇਤਨਾ ਪੱਧਰ ਇੱਥੇ ਖੜਾ ਹੈ ਕਿ ਉਹਨਾਂ ਨੇ ਆਪਣੇ ਗਰੁੱਪ ਤੋਂ ਟੁੱਟ ਕੇ ਪੰਜਾਬ ਦੀ ਬਿਹਤਰੀ ਲਈ ਕੁਝ ਨਹੀਂ ਕਰਨਾ, ਸਿਰਫ ਉਹਨਾਂ ਧੜਿਆਂ ਨਾਲ ਹੀ ਕਰਨਾ ਜਿਹੜੇ ਉਹਨਾਂ ਦੇ ਜਿਨ੍ਹਾਂ ਦੇ ਉਹ ਵਰਕਰ ਨੇ ਜਾਂ ਜਿਨ੍ਹਾਂ ਲਈ ਕੰਮ ਕਰ ਰਹੇ। ਇਸੇ ਤਰ੍ਹਾਂ ਹੀ ਦੂਜੀਆਂ ਪਾਰਟੀਆਂ ਦੇ ਵਰਕਰ ਵੀ ਹੋਣਗੇ, ਤੇ ਫਿਰ ਚੇਤਨਾ ਕਿੱਥੇ ਆਉ? ਗਿੱਲ ਸਾਹਿਬ, ਮੈਨੂੰ ਇੱਕ ਗੱਲ ਦੱਸੋ
ਵੀ ਜੇ ਕਮਿਊਨਿਸਟ ਪਾਰਟੀਆਂ ਦੇ ਜਿਹੜੇ ਕਮਿਟਡ ਵਰਕਰ ਹੈ ਉਹਨਾਂ ਦੇ ਕੈਂਡੀਡੇਟ ਹੋਣਗੇ, ਉਹਨਾਂ ਨੂੰ ਵੋਟਾਂ ਪਾਉਣ ਦੀ ਥਾਂ ਦੇ ਉੱਤੇ ਉਹ ਆਮ ਆਦਮੀ ਪਾਰਟੀ ਨੂੰ ਵੋਟ ਕਰਨ, ਤਾਂ ਚੇਤਨਾ ਦਾ ਪੱਧਰ ਉੱਚਾ ਹੋ ਗਿਆ ਉਹਨਾਂ ਦਾ। ਨਹੀਂ, ਪੂਰੇ ਦਾ ਪੂਰਾ ਸੰਯੁਕਤ ਮੋਰਚਾ ਵੱਖਰੇ ਵੱਖਰੇ ਵਿਚਾਰਾਂ ਦੇ ਬਾਵਜੂਦ ਵੀ ਇੱਕ ਆਪਣੇ 3-4 ਜਿਹੜੇ ਇਸ਼ੂ ਉਹਨਾਂ ਦੇ ਉੱਤੇ ਲੜ ਰਿਹਾ ਨਾ, ਉਹਨਾਂ ਨੇ ਇੱਕ ਰਾਏ ਬਣਾਈ ਆ ਨਾ, ਪੰਜਾਬ ਦੀ ਬਿਹਤਰੀ ਲਈ ਇੱਕ ਰਾਏ ਕਿਉਂ ਨਹੀਂ ਬਣ ਸਕਦੀ? ਗੱਲ ਤਾਂ ਸੁਣ ਲਓ ਹਰਜੀਤ ਗਿੱਲ ਸਾਹਿਬ, ਮੈਂ ਇਹ ਕਹਿੰਦਾ ਗਿੱਲ ਸਾਹਿਬ, ਇਹ ਚੇਤਨਾ ਦਾ ਪੱਧਰ ਸੀ ਨਾ ਜਿਹੜਾ ਪਿਛਲੀ ਵਾਰੀ 2017 ਦੇ ਵਿੱਚ ਜਿਹੜੇ ਕੁਝ ਕਮਿਊਨਿਸਟ ਸੀਗੇ ਉਹ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਕੀ ਖੱਟਿਆ ਉਹਨਾਂ ਨੇ? ਉਹ ਚੇਤਨਾ ਦਾ ਪੱਧਰ ਇੰਨਾ ਕਮਜ਼ੋਰ ਸੀ, ਆਈਡੀਓਲੋਜੀਕਲੀ ਇੰਨੇ ਵੀਕ ਸੀਗੇ ਉਹ, ਉਹਨਾਂ ਨੂੰ ਲੱਗਦਾ ਸੀ ਵੀ ਲੈ ਇੱਕ ਨਵੀਂ ਚੀਜ਼ ਆ ਗਈ ਹੈ ਤਾਂ ਬਦਲ ਦੂਗੀ, ਦੁਨੀਆ ਵੀ ਬਦਲ ਦਊਗੀ। ਉਦੋਂ ਸਗੋਂ ਚੇਤਨਾ ਦਾ ਪੱਧਰ ਸਪਸ਼ਟ ਹੋਇਆ ਕਿੰਨਾ ਕਿਆ ਸਾਡਾ। ਦੂਜੀ ਗੱਲ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਬੁੱਧੀਜੀਵੀ ਤਬਕੇ ਦਾ ਜਾਂ ਕਿਸੇ ਦਾ ਵੀ, ਮੈਂ ਉਹਨਾਂ 'ਚ ਸ਼ਾਮਲ ਨਹੀਂ ਹੈ। ਮੈਂ ਕਦੀ ਏਦਾਂ ਦੀ ਗੱਲ ਨਹੀਂ ਕਹੀ ਵੀ ਬੜਾ ਪੰਜਾਬ ਬਦਲਤਾ, ਪਰ ਉਹਦੇ ਬਾਵਜੂਦ ਪੰਜਾਬ ਬਦਲਿਆ ਤਾਂ ਹੈ ਨਾ। ਇਹ ਪ੍ਰਾਪਤੀ ਤਾਂ ਹੈ ਨਾ ਵੀ ਪੰਜਾਬ ਦੇ ਵਿੱਚ ਜਿਹੜੇ ਟੋਟਲ ਪੋਲੀਟੀਕਲ ਸਮੀਕਰਨ ਨੇ ਇਸ ਅੰਦੋਲਨ ਨੇ ਬਦਲਤੇ। ਵੱਡੀ ਗੱਲ ਇਹ ਆ ਵੀ ਵੱਖਰੇ ਵੱਖਰੇ ਵਿਚਾਰ ਹੋਣ ਦੇ ਬਾਵਜੂਦ ਨਹੀਂ, ਥੋੜਾ ਸਪਸ਼ਟ ਕਰਿਓ, ਥੋੜਾ ਜਿਹਾ ਸਪਸ਼ਟ ਕਰਿਓ ਰੋਕ ਕੇ, ਸਮੀਕਰਨ ਕਿਹੜੇ ਬਦਲੇ ਤੇ ਕਿਸ ਤਰ੍ਹਾਂ ਬਦਲੇ ਨਜ਼ਰ ਆ ਰਿਹਾ ਤੁਹਾਨੂੰ? ਕਿਹੜੇ ਸਮੀਕਰਨ ਬਦਲੇ ਆ? ਗੱਲ ਤੇ ਹੋਰ ਰਵਾਇਤੀ ਪਾਰਟੀਆਂ ਦੀ ਫਿਰ ਉਹੀ ਹੋ ਰਹੀ ਆ ਨਾ, ਕੋਈ ਨਾ ਤੇ ਜਿਹੜੇ ਤੁਸੀਂ 4 ਪੋਲੀਟੀਕਲ ਗਰੁੱਪ ਗਣਾਏ ਨੇ ਕਮਿਊਨਿਸਟ ਪਾਰਟੀਆਂ ਦੇ, ਉਹਨਾਂ ਦੇ ਵਿੱਚ ਕੋਈ ਉਭਾਰ ਹੋਇਆ ਕਿ ਉਹਨਾਂ ਦਾ ਵੋਟ ਬੈਂਕ ਵੱਧ ਜੂਗਾ, ਨਾ ਹੀ ਕੋਈ ਹੋਰ ਤਰ੍ਹਾਂ ਦੀ ਵੱਡੀ ਤਬਦੀਲੀ ਸਾਨੂੰ ਸਾਹਮਣੇ ਨਜ਼ਰ ਆ ਰਹੀ ਆ, ਨਾ ਹੀ ਅਜੇ ਕੋਈ ਦੂਰ ਦੀ ਕੌਡੀ ਲੱਗਦੀ ਆ ਵੀ ਜਿੱਤ ਕਰ ਲਈ ਆ ਮੋਰਚੇ ਨੇ, ਵੀ ਉਹਦੇ ਕਾਨੂੰਨ ਨੇ ਵਾਪਸ ਕਰਾਉਣ ਦੀ ਸਮਰੱਥਾ 'ਚ ਅਸੀਂ ਪਹੁੰਚ ਗਏ ਆ। ਅਜੇ ਸਾਰਾ ਕੁਝ ਮੰਝਧਾਰ 'ਚ ਆ ਤੇ ਚੇਤਨਾ ਸਾਡੀ ਕਿੱਥੇ ਆ? ਮੇਰੀ ਗੱਲ ਸੁਣੋ, ਮੈਂ ਤਾਂ ਇਹਦੇ ਤੋਂ ਅੱਗੇ ਜਾ ਕੇ ਕਹਿਣਾ ਗਿੱਲ ਸਾਹਿਬ, ਤੁਸੀਂ ਕਹਿ ਰਹੇ ਹੋ ਵੀ ਨਾ ਤਾਂ ਵੀ ਇਹ ਜਿਹੜੇ 4 ਕਮਿਊਨਿਸਟ ਪਾਰਟੀਆਂ ਦੇ ਮੈਂ ਗਰੁੱਪ ਬਣਾਏ ਇਹਨਾਂ ਦਾ ਕੋਈ ਵੋਟ ਬੈਂਕ ਵੱਧ ਗਿਆ। ਮੈਂ ਤਾਂ ਵੋਟ ਬੈਂਕ ਦੀ ਗੱਲ ਹੀ ਨਹੀਂ ਕਰਦਾ, ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ ਤੁਹਾਨੂੰ ਹਲੇ 5 ਸਾਲ ਚੋਣ ਨਹੀਂ ਲਾਣੀ ਚਾਹੀਦੀ। ਤੁਸੀਂ ਨਿਤਰੋ ਮੈਦਾਨ ਦੇ ਵਿੱਚ ਤੁਹਾਨੂੰ ਕੀ ਲੋੜ ਹੈ ਚੋਣਾਂ ਦੀ? ਜਾਂ ਤੁਸੀਂ ਜਿੱਤਣਾ ਨਹੀਂ, ਕਰਨਾ ਨਹੀਂ, ਤੁਹਾਡੀ 0.50 ਤੁਹਾਡੀ ਵੋਟ 1% ਵੀ ਨਹੀਂ ਬਣਦੀ ਵੋਟ ਇਹਨਾਂ ਦੀ, ਨਾ ਜਿੱਤਣਾ। ਇਸ ਕਰਕੇ ਤੁਸੀਂ ਪਬਲਿਕ ਸਟਰਗਲ 'ਚ ਪਾਓ। ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ। ਦੂਜੀ ਗੱਲ ਜਿਹੜੀ ਪ੍ਰਾਪਤੀਆਂ ਦੀ ਗੱਲ ਮੈਂ ਕਰਦਾ, ਉਹ ਜਿਹੜੇ ਤੁਸੀਂ ਕਹਿੰਦੇ ਸਮੀਕਰਨ ਨਹੀਂ ਬਦਲੇ, ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਕੋਈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਦਿੰਦਾ? ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਹ ਆ ਕਿ ਕੋਈ ਆਈਡੀਪੀ ਪਾਰਟੀ ਆ, ਬੀਐਸਪੀ ਤੋਂ ਬਾਅਦ ਕੋਈ ਆਈਡੀਪੀ ਪਾਰਟੀ ਜਿਹਨੂੰ ਮੈਂ ਨਹੀਂ ਜਾਣਦਾ ਪੰਜਾਬ 'ਚ ਰਹਿੰਦਾ ਹੋਇਆ, ਉਹਦੇ ਨਾਲ ਚੋਣ ਸਮਝੌਤੇ ਦਾ ਐਲਾਨ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ। ਇਸ ਤੋਂ ਵੱਧ ਕੀ ਤਰਾਸਦੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ? ਇਹ ਕਿਹਨੇ ਮਜਬੂਰ ਕੀਤਾ ਇਹਨਾਂ ਨੂੰ? ਲੱਭਦੇ ਫਿਰਦੇ ਆ ਵੀ ਕੋਈ ਲੱਭ ਪਵੇ ਕਦਾ ਜਿੰਨਾ ਸਮਝੌਤਾ ਕਰਕੇ ਮਾੜਾ ਮੋਟਾ ਸਾਡੀ ਹਾਲਤ ਠੀਕ ਹੋ ਜਵੇ। ਕਿ ਜਿਹੜੇ 3 ਖੇਤੀ ਕਾਨੂੰਨਾਂ ਦੇ ਬਰਾਬਰ, ਭਾਵੇਂ ਉਹਦਾ ਤਾਂ ਕੋਈ ਅਰਥ ਵੀ ਨਾ ਹੋਵੇ, 4 ਖੇਤੀ ਬਿੱਲ ਲਿਆਉਣਾ, ਭਾਵੇਂ ਉਹ ਦਿਖਾਵੇ ਦੀ ਰਾਜਨੀਤੀ ਹੈ ਕੈਪਟਨ ਅਮਰਿੰਦਰ ਦੀ, ਕੀ ਇਹ ਪ੍ਰਾਪਤੀ ਨਹੀਂ ਹੈ? 6-7 ਵੱਖ-ਵੱਖ ਸਭਾਵਾਂ ਜਿਹੜੀਆਂ ਵਿਧਾਨ ਸਭਾਵਾਂ ਉਹਨਾਂ ਦੇ ਵਿੱਚ ਵੀ ਖੇਤੀ ਬਿੱਲ ਆਪਣੇ ਆਪਣੇ ਰੂਪ 'ਚ ਲਿਆਂਦੇ ਆ। ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਪੈਰਲਲ ਪੋਲੀਟੀਕਲ ਪਾਰਟੀਆਂ ਮਜਬੂਰ ਹੋ ਰਹੀਆਂ ਪਾਰਲੀਮੈਂਟ 'ਚ ਗੱਲ ਕਰਨ ਵਾਸਤੇ ਵੀ ਕਿਸਾਨਾਂ ਦੀ ਗੱਲ ਕਰਨੀ ਪੈਣੀ ਹੈ। ਇਹ ਸਾਰਾ ਕੁਝ ਬਦਲਿਆ ਤਾਂ ਹੈ ਨਾ। ਸਭ ਤੋਂ ਵੱਡਾ ਬਦਲਾਅ ਤਾਂ ਇਹੀ ਹੈ ਵੀ ਜਿਹੜੇ ਵੱਖ-ਵੱਖ ਵਿਚਾਰਾਂ ਵਾਲੀਆਂ ਜਥੇਬੰਦੀਆਂ ਉਹ ਪਿਛਲੇ 8 ਮਹੀਨੇ ਤੋਂ ਥੋੜੇ ਬਹੁਤ ਮਤਭੇਦਾਂ ਦੇ ਚੱਲਦਿਆਂ ਵੀ ਲਗਾਤਾਰ ਇਕੱਠੀਆਂ ਚੱਲ ਰਹੀਆਂ। ਇਹ ਕੋਈ ਛੋਟਾ ਬਦਲਾਅ ਆ? ਦੂਜੀ ਗੱਲ, ਅਸੀਂ ਇੰਨੀ ਤਵੱਕੋ ਕਿਉਂ ਕਰਦੇ ਆ ਵੀ ਕਿਸਾਨ ਜਿਹੜੇ ਆ ਉਹ ਲੜ ਰਹੇ ਨੇ 3 ਖੇਤੀ ਕਾਨੂੰਨਾਂ ਦੇ ਖਿਲਾਫ, ਐਮਐਸਪੀ ਦਾ ਕਾਨੂੰਨ ਬਣਾਉਣ ਦੇ ਖਿਲਾਫ, ਐਮਐਸਪੀ ਦਾ ਕਾਨੂੰਨ ਬਣਾਉਣਾ ਆ, ਤੇ ਉਹਨਾਂ ਤੋਂ ਅਸੀਂ ਵੀ ਤਵੱਕੋ ਕਰੀਓ ਪੰਜਾਬ ਦੇ ਵਿੱਚ ਵੀ ਇਨਕਲਾਬ ਲੈ ਕੇ ਆ ਜਾਣ, ਅੱਜੇ ਚੋਣਾਂ 'ਚ ਜਾਣ ਤੇ ਜਿੱਤ ਕੇ ਆ ਜਾਣ। ਇਹਦੀ ਲੋੜ ਕੀ ਹੈ? ਇੱਕ ਪ੍ਰਕਿਰਿਆ ਹੁੰਦੀ ਆ, ਪ੍ਰੋਸੈਸ ਹੁੰਦਾ, ਪ੍ਰੋਸੈਸ ਦੇ ਮੁਤਾਬਕ ਇਹ ਸਾਰੀਆਂ ਚੀਜ਼ਾਂ ਚੱਲਦੀਆਂ। ਤੁਸੀਂ ਓਵਰਨਾਈਟ ਕੁਝ ਨਹੀਂ ਕਰ ਸਕਦੇ। ਇਹਦੇ 'ਚ ਫੇਲੀਅਰ ਵੀ ਹੋ ਸਕਦੀ ਹੈ, ਫੇਲ ਵੀ ਹੋ ਸਕਦੇ ਆ, ਤੇ ਫੇਲ ਹੋਣਾ ਵੀ ਕੋਈ ਐਡੀ ਗੱਲ ਨਹੀਂ ਹੁੰਦੀ, ਨਾਕਾਮ ਹੋਣਾ ਵੀ ਕੋਈ ਐਡੀ ਗੱਲ ਨਹੀਂ ਹੁੰਦੀ, ਹਾਰਨਾ ਵੀ ਕੋਈ ਬਹੁਤੀ ਬੁਰੀ ਗੱਲ ਨਹੀਂ ਹੁੰਦੀ। ਹਾਰਾਂ ਦੇ ਵਿੱਚੋਂ ਆਉਣ ਵਾਲਾ ਸਮਾਂ ਜਿਹੜਾ ਜਿੱਤਾਂ ਕੱਢਿਆ ਕਰਦਾ। ਸੋ ਇਸ ਕਰਕੇ ਬਹੁਤ ਜ਼ਿਆਦਾ ਕਾਲਾਪਨ ਜਿਹੜਾ ਹੈ ਨਾ ਜੀ ਕਿਸੇ ਵੀ ਲੈਵਲ ਦੇ ਉੱਤੇ, ਉਹ ਨੁਕਸਾਨਦੇਹ ਹੁੰਦਾ ਜੀ। ਡਾਕਟਰ ਸਾਹਿਬ ਦੇ ਵਿਚਾਰ ਵੀ ਲੈਣੇ ਜੀ ਇਸ ਇਸ਼ੂ ਤੇ, ਉਹ ਕਿੱਦਾਂ ਸੋਚਦੇ ਨੇ ਕਿ ਜਿਹੜਾ ਸਾਡਾ ਚੇਤਨਾ ਦਾ ਪੱਧਰ ਆ ਪੰਜਾਬੀਆਂ ਦਾ। ਮੈਨੂੰ ਤੇ ਇਹ ਲੱਗਦਾ ਤੁਸੀਂ ਕਿਸਾਨ ਮੂਵਮੈਂਟ ਕਰਕੇ ਕਹਿ ਰਹੇ ਹੋ ਸਾਨੂੰ ਇੱਥੇ ਆਇਆ ਨੂੰ 100 ਸਾਲ ਹੋ ਗਿਆ, ਬਾਹਰਲੇ ਮੁਲਕਾਂ 'ਚ ਆ ਕੇ ਬੈਠਿਆਂ ਨੂੰ, ਸਾਡੀ ਚੇਤਨਾ ਦਾ ਪੱਧਰ ਵੀ ਉੱਥੇ ਹੀ ਖੜਾ। ਅਸੀਂ ਅਜੇ ਆਪਣੇ ਉਹ ਜਿਹੜਾ ਹੈਗਾ ਨਾ ਜੀ ਕਬੀਲਾ ਯੁੱਗ ਦੀਆਂ ਸੋਚਾਂ ਤੇ ਉਹਦੇ 'ਚੋਂ ਅਜੇ ਤੱਕ ਬਾਹਰ ਨਹੀਂ ਆਏ। ਇਹ ਗੱਲ ਵੱਖਰੀ ਆ ਕਿ ਸਾਡੇ ਨਿਆਣੇ ਹੁਣ ਉਹ ਕੱਪੜੇ ਲੱਤੇ ਉੱਦਾਂ ਦੇ ਪਾਉਣ ਲੱਗ ਪਏ ਤੇ ਉਸ ਤਰ੍ਹਾਂ ਦੀ ਵਿੰਗੇ ਮੂੰਹ ਕਰਕੇ ਬੋਲਣ ਵਾਲੀ ਭਾਸ਼ਾ ਬੋਲਣ ਲੱਗ ਪਏ ਆ, ਪਰ ਸਾਡਾ ਜਿਹੜਾ ਵਿਕਾਸ ਆ ਮਾਨਸਿਕ ਉਹ ਉੱਥੇ ਦਾ ਉੱਥੇ ਹੀ ਖੜਾ। ਮੈਨੂੰ ਤਾਂ ਇੱਦਾਂ ਲੱਗਦਾ। ਡਾਕਟਰ ਸਾਹਿਬ ਕੋ ਕਮੈਂਟ ਲੈ ਲੈਂਦੇ ਆ ਕਿ ਕਿੰਨਾ ਕੁ ਸਾਡੀ ਚੇਤਨਾ ਬਾਹਰ ਜਾ ਕੇ
ਜਾਂ ਭਾਰਤ ਵਿੱਚ ਜਿਹੜੀ ਐਜੀਟੇਸ਼ਨ ਹੁਣ ਚੱਲ ਰਹੀ ਉਹ ਤੋਂ ਸਾਡੀ ਵਧੀ ਆ, ਤੇ ਆਉਣ ਵਾਲੇ ਅਸੀਂ ਕੀ ਉਮੀਦ ਪਾਲ ਸਕਦੇ ਹਾਂ? ਦੇਖिए ਪੈਂਡੈਮਿਕ ਨੇ ਹਿੰਦੁਸਤਾਨ ਦੇ ਵਿੱਚ ਜਿੰਨਾ ਨੁਕਸਾਨ ਕੀਤਾ, ਜਿਹੜਾ ਅੱਜ ਸਾਡੇ ਸਾਹਮਣੇ ਨਜ਼ਰ ਆ ਰਿਹਾ, ਔਰ ਜਿਹੜਾ ਦੱਸਿਆ ਨਹੀਂ ਗਿਆ, ਸਾਨੂੰ ਦੱਸਿਆ ਇਹ ਗਿਆ ਸੀ ਕਿ 4 ਲੱਖ ਲੋਕ ਮਰੇ ਨੇ, ਜਿਹੜੇ ਕਿ ਆਮ ਤੌਰ ਦੇ ਉੱਪਰ 1 ਮਿਲੀਅਨ ਤੋਂ ਉੱਪਰ ਨੇ, 10 ਲੱਖ ਤੋਂ ਉੱਪਰ ਲੋਕ ਜਿਹੜੇ ਨੇ ਉਹ ਮਰੇ ਨੇ, ਖਬਰਾਂ ਰੁਕੀਆਂ ਰਹੀਆਂ। ਉਹਦੇ ਬਾਵਜੂਦ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਚੇਤਨਾ ਆਵੇ। ਚੇਤਨਾ ਇੱਕ ਸੁਸਾਇਟੀ ਵਿੱਚ ਆਉਂਦੀ ਹੁੰਦੀ ਹੈ, ਇਕੱਲੇ ਪੰਜਾਬ ਦੇ ਵਿੱਚ ਨਹੀਂ ਆਉਂਦੀ, ਸਾਰੀ ਸੁਸਾਇਟੀ 'ਚ ਚੇਤਨਾ ਆਉਂਦੀ ਹੈ। ਹਿੰਦੁਸਤਾਨ ਦੀ ਇਹ ਤਰਾਸਦੀ ਹੈ ਕਿ ਹਿੰਦੁਸਤਾਨ 17 18 20 ਲੈਂਗੁਏਜਿਸ ਦੇ ਵਿੱਚ ਬਦਲਿਆ ਦਾ, 20 ਕਲਚਰਸ ਦੇ ਵਿੱਚ ਬਦਲਿਆ ਦਾ। ਇਸ ਕਰਕੇ ਉੱਥੇ ਸਾਰੇ ਹਿੰਦੁਸਤਾਨ ਦੇ ਵਿੱਚ ਅਗਰ ਤੁਸੀਂ ਕਹੋ ਕਿ ਲੋਕ ਇੱਕ ਚੇਤਨਾ ਲੈ ਕੇ ਆਉਣਗੇ, ਉਹ ਮੁਸ਼ਕਲ ਨਜ਼ਰ ਆਉਂਦਾ ਹੈ। ਪਰ ਅਫਸੋਸ ਇਹ ਹੈ ਕਿ ਪੰਜਾਬ ਦੇ ਵਿੱਚ ਜੀ ਬਾਦਲਾਂ ਨੇ ਇੰਨਾ ਨੁਕਸਾਨ ਕੀਤਾ, ਕਾਂਗਰਸ ਨੇ ਇੰਨਾ ਨੁਕਸਾਨ ਕੀਤਾ, ਤਾਂ ਨਹੀਂ ਚੇਤਨਾ ਆਈ। ਤੇ ਹੁਣ ਇਹ ਫਾਰਮਰਸ ਦੀ ਜਿਹੜੀ ਦੋਸਾਂਝ ਸਾਹਿਬ ਨੇ ਤਾਂ ਬਹੁਤ ਤਾਰੀਫ ਕੀਤੀ। ਮੈਂ ਤਾਂ ਪਹਿਲੇ ਦਿਨ ਤੋਂ ਤੁਹਾਨੂੰ ਕਹਿ ਰਿਹਾ ਕਿ ਇਹ ਮੂਵਮੈਂਟ ਸਕਸੈਸਫੁਲ ਨਹੀਂ ਹੋਣੀ, ਮੈਂ ਪਹਿਲੇ ਦਿਨ ਤੋਂ ਇਹ ਕਹਿ ਰਿਹਾ, ਔਰ ਮੈਂ ਮਹਿਸੂਸ ਕਰਦਾ ਉਹਦੇ ਪਿੱਛੇ ਰੀਜ਼ਨਸ ਨੇ। ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਮੂਵਮੈਂਟ ਉਹ ਸਕਸੈਸਫੁਲ ਹੁੰਦੀ ਹੈ ਜਿਹੜੀ ਨੈਸ਼ਨਲ ਲੈਵਲ ਤੇ ਪਹੁੰਚੇ। ਇਹ ਮੂਵਮੈਂਟ ਲਿਮਿਟਡ ਹੈਗੀ ਹੈ ਕੁਛ ਡਿਸਟ੍ਰਿਕਟਸ ਆਫ ਹਰਿਆਣਾ, ਕੁਛ ਆਪਣਾ ਵੈਸਟਰਨ ਯੂਪੀ ਐਂਡ ਪੰਜਾਬ ਦੇ ਵਿੱਚ ਵੀ ਸਾਰਾ ਪੰਜਾਬ ਜਿਹੜਾ ਉਹ ਇਹਨਾਂ ਦੇ ਨਾਲ ਨਹੀਂ ਹੈਗਾ। ਸੋ ਇਹ ਮੂਵਮੈਂਟ ਜਿਹੜੀ ਹੈ ਇਹਨੇ ਫਾਇਦੇ ਜ਼ਰੂਰ ਕੀਤੇ ਹੋਣਗੇ, ਲੇਕਿਨ ਕਾਨੂੰਨ ਵਾਪਸ ਕਰਵਾ ਦੇਣ, ਚੇਤਨਾ ਆ ਜਾਵੇ, ਸੜਕਾਂ ਦੇ ਉੱਪਰ ਲੋਕ ਆ ਜਾਣ ਜੀ, ਇੱਕ ਸਾਰੇ ਕੰਮ ਰੋਕ ਦੇਣ, ਇਹ ਨਹੀਂ ਹੋਇਆ ਔਰ ਨਾ ਇਹ ਮੈਨੂੰ ਹੁੰਦਾ ਨਜ਼ਰ ਆਉਂਦਾ। ਸੋ ਚੇਤਨਾ ਉਸ ਪਾਸੇ ਤੇ ਨਹੀਂ ਆਈ। ਫਿਰ ਇੱਕ ਤੁਸੀਂ ਬੜੀ ਵੱਡੀ ਗੱਲ ਕੀਤੀ, ਲਓ ਜੀ ਇਸ ਮੁਲਕ ਦੇ ਵਿੱਚ ਅਸੀਂ ਆ ਗਏ ਹਾਂ 100 ਸਾਲ ਦੇ ਟੇੜਾ ਜੀ ਲੈਂਗੁਏਜ, ਟੇੜੇ ਜਿਹੇ ਮੂੰਹ ਕਰਕੇ ਲੈਂਗੁਏਜ ਕਰ ਲੈਂਦੇ, ਇੱਥੋਂ ਦੇ ਕੱਪੜੇ ਪਾ ਲੈਂਦੇ ਆ। ਜਦੋਂ ਤੁਸੀਂ ਹਿੰਦੁਸਤਾਨ ਛੱਡਿਆ ਨਾ, ਜਦੋਂ ਤੁਸੀਂ ਵੈਸਟਰਨ ਕੰਟਰੀ ਦੇ ਵਿੱਚ ਆਏ ਹੋ, ਤੇ ਤੁਹਾਡਾ ਮਾਈਂਡ ਇਹਨਾਂ ਕਲੀਅਰ ਹੋਣਾ ਚਾਹੀਦਾ ਕਿ ਸਾਡੇ ਆਉਣ ਵਾਲੀਆਂ ਜਨਰੇਸ਼ਨ ਵੈਸਟਰਨ ਕਲਚਰ ਦੇ ਵਿੱਚ ਪਲਣੀਆਂ ਨੇ, ਉਹ ਹਿੰਦੁਸਤਾਨ ਦੀ ਕਲਚਰ ਨਹੀਂ ਪਲਣੀਆਂ। ਸੋ ਉਹਨਾਂ ਨੂੰ ਇਸ ਗੱਲ ਦੀ ਇਹ ਕਹਿਣਾ ਕਿ ਹਾਂਜੀ ਉਹਨਾਂ ਨੇ ਇਹ ਡਾਕਟਰ ਸਾਹਿਬ ਮੈਂ ਇਹ ਕਹਿ ਰਿਹਾ ਕਿ ਅਸੀਂ ਆਪਣੀ ਮਾਨਸਿਕਤਾ ਨਹੀਂ ਬਦਲੀ। ਬੇਸ਼ੱਕ ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਅੰਗਰੇਜ਼ੀ ਭਾਸ਼ਾ ਸਿੱਖ ਗਏ ਨੇ ਜਾਂ ਲੀੜਾ ਕੱਪੜਾ ਉਦਾਂ ਦਾ ਪਾਉਣ ਲੱਗ ਪਿਆ, ਪਰ ਸਾਡੀ ਮਾਨਸਿਕਤਾ ਦਾ ਲੈਵਲ ਉੱਥੇ ਹੀ ਖੜਾ। ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ। ਜਿਹੜੇ ਅਸੀਂ ਆਏ ਹਾਂ, ਅਸੀਂ ਨਹੀਂ ਆਪਣੇ ਆਪ ਨੂੰ ਬਦਲਿਆ, ਲੇਕਿਨ ਬੱਚੇ ਬਦਲ ਰਹੇ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬੱਚੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਨਹੀਂ ਬਦਲ ਰਹੇ। ਇਸ ਟੌਪਿਕ ਤੇ ਆਪਾਂ ਗੱਲ ਕਰ ਲਾਂਗੇ ਜੀ ਕਿਸੇ ਦਿਨ। ਡਾਕਟਰ ਸਾਹਿਬ ਮੇਰੇ ਵਿਚਾਰਧਾਰਾ ਤੋਂ ਬਹੁਤ ਵੱਖਰੇ ਨੇ। ਬੱਚੇ ਬਿਲਕੁਲ ਨਹੀਂ ਬਦਲ ਰਹੇ, ਬੱਚੇ ਵਿਗੜ ਰਹੇ ਨੇ, ਬੱਚਿਆਂ ਦੇ ਹਾਲਾਤ ਜ਼ਿਆਦਾ ਖਤਰਨਾਕ ਨੇ ਇੱਥੋਂ ਦੇ ਬੌਰਨ ਬੱਚਿਆਂ ਦੇ। ਕਿਸੇ ਦਿਨ ਆਪਾਂ ਇੱਥੇ ਵੀ ਇਸ਼ੂ ਤੇ ਗੱਲ ਕਰ ਲਾਂਗੇ। ਆਪਾਂ ਕੋਈ ਬੱਚਾ ਕਿਸੇ ਪੇਰੈਂਟਸ ਦਾ ਆਗਿਆਕਾਰ ਨਹੀਂ, ਕੋਈ ਬੱਚਾ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਘਰ ਘਰ ਦੀ ਕਹਾਣੀ ਆ, ਪੜਦੇ ਆਪਾਂ ਜਿੰਨੇ ਮਰਜ਼ੀ ਪਾ ਲਈਏ। ਕਲਚਰ ਹੈ ਹੀ ਨਹੀਂ। ਵੈਸਟਰਨ ਕਲਚਰ ਦੇ ਵਿੱਚ ਤੇ ਮੈਂ ਇੱਥੇ ਪਿੰਡਾਂ ਦੇ ਵਿੱਚ ਜਾ ਕੇ, ਸੁਸ਼ੀਲ ਜੀ, ਇੱਥੇ ਬਾਪ ਨੂੰ ਨਾਮ ਦੇ ਨਾਲ ਬੁਲਾਉਂਦੇ ਨੇ, ਜੌਨ ਫਲਾਣਾ। ਮਤਲਬ ਇਹ ਜਿਹੜੀ ਕਲਚਰ ਹੈ, ਹੁਣ ਤੁਸੀਂ ਆਪਣੇ ਹਿਸਾਬ ਨਾਲ ਨਾ ਸੋਚੋ ਕਿ ਸਾਡੀ ਕਲਚਰ ਇਹ ਹੈ, ਇਹ ਕਰੋ। ਇਸ ਕਲਚਰ 'ਚ ਲੈ ਕੇ ਆਏ ਹੋ, you have to accept that we have to live in this culture। ਚਲੋ ਆਪਾਂ ਤੋਂ ਲਾਂਬੇ ਚੱਲ ਗਏ ਆਪਣੀ ਅੱਜ ਦੀ ਗੱਲਬਾਤ ਤੋਂ। ਸਮਾਂ ਆਪਣਾ ਸਮਾਪਤ ਹੈ। ਆਪਾਂ ਇੱਕ ਗੱਲ ਕਰ ਲਈਏ, ਤੁਹਾਡੇ ਦੋਨਾਂ ਦੀ ਰਾਏ ਲੈ ਲਈਏ ਕਿ ਇਸ ਖਿੱਚੋਤਾਣ ਤੋਂ ਬਾਅਦ ਪੰਜਾਬ ਨੂੰ ਅਸੀਂ ਕਿੱਥੇ ਵੇਖਦੇ ਹਾਂ। ਕੀ 22 ਦੀ ਇਲੈਕਸ਼ਨ ਹੀ ਸਾਡਾ ਵੱਡਾ ਮੁੱਦਾ ਹੈ, ਜਾਂ ਇਸ ਵੇਲੇ ਕਿਸਾਨ ਮੁੱਦਾ ਹਾਵੀ ਆ ਸਾਡੇ ਤੇ, ਜਾਂ ਕੋਈ ਹੋਰ ਸਮਾਜਿਕ ਮੁੱਦੇ ਜਿਹੜੇ ਆ ਅਸੀਂ ਉਹਨਾਂ ਨੂੰ ਘੋਲ ਕਰ ਰਹੇ ਹਾਂ। ਇਸ ਵੇਲੇ ਅਸੀਂ ਖੜੇ ਕਿੱਥੇ ਹਾਂ ਦਸਾਂਝ ਸਾਹਿਬ? ਦੇਖੋ ਜੀ ਦੇਖੋ, ਮੈਂ ਦੇਖੋ ਜਿਹੜੀ ਡਾਕਟਰ ਸਾਹਿਬ ਗੱਲਾਂ ਕਰ ਰਹੇ ਸੀ, ਕਿਸੇ ਦਿਨ ਫਿਰ ਆਪਾਂ ਜਦੋਂ ਗੱਲਾਂ ਕਰਾਂਗੇ ਤਾਂ ਫਿਰ ਵੱਖਰੀ ਰਾਏ ਹੋ ਸਕਦੀ ਹੈ। ਤੇ ਵੱਖਰੀ ਰਾਏ ਹੋਣਾ ਵੀ ਕੋਈ ਲੋਕਾਰ ਗੱਲ ਨਹੀਂ ਹੈ, ਸਗੋਂ ਇੱਕ ਜਿਉਂਦੀ ਜਾਗਦੀ ਜਿਹੜੀ ਇੱਕ ਕਹਿ ਲਓ ਵੀ ਚੀਜ਼ ਹੁੰਦੀ ਹੈ। ਵੱਖਰੀ ਵਿਚਾਰਧਾਰਾ, ਵੱਖਰੀਆਂ ਗੱਲਾਂ, ਇਹ ਚੰਗੀ ਗੱਲ ਹੈ। 100 ਫੁੱਲ ਖਿੜਨ ਦਿਓ, ਜਿੱਦਾਂ ਮਾਓ ਸੇਤੁੰਗ ਕਹਿੰਦਾ ਹੁੰਦਾ। ਤੇ ਇਸ ਕਰਕੇ ਵੱਖਰੇ ਵਿਚਾਰ ਹੋਣਾ ਚੰਗੇ ਲੱਗਦੇ ਆ, ਸਗੋਂ ਉਹਦੇ ਚੋਂ ਨਵੀਂ ਗੱਲ ਵੀ ਪੈਦਾ ਹੁੰਦੀ ਹੈ। ਕਿਸਾਨ ਅੰਦੋਲਨ ਬਾਰੇ ਮੈਂ ਸਿਰਫ ਇੱਕੋ ਟਿੱਪਣੀ ਕਰਨੀ ਹੈ, ਜਿਹੜੀ ਡਾਕਟਰ ਸ਼ਾਰਦਾ ਹੋਰੀ ਕਹਿ ਰਹੇ ਸੀ। ਅਸੀਂ ਕਦੇ ਨਹੀਂ ਦਾਅਵਾ ਕੀਤਾ ਵੀ ਕਿਸਾਨ ਅੰਦੋਲਨ ਜਿਹੜਾ ਲਾਜ਼ਮੀ ਤੌਰ ਤੇ ਜਿੱਤੇਗਾ, ਪਰ ਉਮੀਦ ਕਰਦੇ ਹਾਂ ਕਿਸਾਨ ਅੰਦੋਲਨ ਨੂੰ ਜਿੱਤਣਾ ਚਾਹੀਦਾ। ਜਿਹੜਾ ਪਾਰਲੀਮੈਂਟ ਵੱਲ ਜਿਹੜਾ 22 ਜੁਲਾਈ ਤੋਂ ਜਿਸ ਕਿਸਮ ਦਾ ਐਕਸ਼ਨ ਪਲਾਨ ਕੀਤਾ ਗਿਆ, ਉਹਦੇ
22 ਸੂਬਿਆਂ ਦੇ ਲੋਕ ਰੋਜ਼ ਕਰਨਗੇ, 5 ਲੋਕ ਹੋਣਗੇ, ਉਹਦੇ ਵਿੱਚ 22 ਸੂਬੇ ਰਿਪਰੈਜ਼ੈਂਟ ਕਰ ਰਹੇ ਆ ਭਾਰਤ ਦੇ 22। ਜੇ ਅਸੀਂ ਕਹੀਏ ਵੀ ਪੰਜਾਬ ਤੇ ਹਰਿਆਣਾ ਤੇ ਉੱਤਰ ਪ੍ਰਦੇਸ਼ ਤਾਂ ਹੈ ਅੰਦੋਲਨ ਦਿਖਾਈ ਦਿੰਦਾ ਹੈ, ਰਾਜਸਥਾਨ 'ਚ ਵੀ ਦਿਖਾਈ ਦਿੰਦਾ ਕੁਝ ਹਿੱਸਿਆਂ 'ਚ, ਦੇਸ਼ 'ਚ ਨਹੀਂ ਦਿਖਾਈ ਦੇ ਰਿਹਾ। ਇਹਦਾ ਜਿਹੜਾ ਕੈਨਵਸ ਆ ਉਹ ਦੇਸ਼ ਪੱਧਰ ਤੇ ਨਹੀਂ ਹੈ ਉਸ ਨੂੰ। ਤਾਂ ਮੈਨੂੰ ਲੱਗਦਾ ਥੋੜੇ ਹੋਣ ਚਾਹੇ ਬਹੁਤੇ ਹੋਣ, ਇਹਦੇ ਅਸਰ ਜਿਹੜੇ ਆ ਸਾਰੇ ਦੇਸ਼ ਲਾਜ਼ਮੀ ਤੌਰ ਤੇ ਵੀ ਨੌਮ ਚਮਸਕੀ ਇਹਦੇ ਤੇ ਕਮੈਂਟ ਕਰਦਾ ਹੈ, ਦੁਨੀਆ ਦੇਖ ਰਹੀ ਹੈ ਇਸ ਅੰਦੋਲਨ ਨੂੰ, ਕਿਉਂਕਿ ਇਸ ਅੰਦੋਲਨ ਨੂੰ ਛੋਟਾ ਨਹੀਂ ਸਮਝਿਆ ਜਾਣਾ ਚਾਹੀਦਾ। ਇਸ ਅੰਦੋਲਨ ਨੇ ਕਾਮਯਾਬ ਜਾਂ ਨਾ ਕਾਮਯਾਬ ਹੋਣਾ, ਮੈਂ ਪਹਿਲਾਂ ਵੀ ਕਿਹਾ, ਹਾਰਨਾ ਕੋਈ ਬੁਰੀ ਗੱਲ ਨਹੀਂ ਹੈ। ਹਾਰ ਕੇ ਫਿਰ ਉੱਠਿਆ ਜਾਂਦਾ ਹੁੰਦਾ, ਹਾਰ ਕੇ ਫਿਰ ਲੋਕ ਉੱਠਦੇ ਆ। ਸੋ ਸਾਨੂੰ ਕਿਹਾ ਵੀ ਹਾਂ ਵੀ ਅੰਦੋਲਨ ਦੇ ਕਮਾਲ ਕਰ ਦੇਣੀ ਹੈ ਜਾਣਾ, ਪਰ ਚੀਜ਼ਾਂ ਬਦਲ ਰਹੀਆਂ, ਬਦਲ ਚੀਜ਼ਾਂ ਨੂੰ ਦੇਖਣਾ। ਪਹਿਲੀ ਗੱਲ ਕਹੀ ਜੀ ਦਸਾਂਝ ਸਾਹਿਬ, ਤੁਹਾਡੀ ਥੋੜੀ ਆਵਾਜ਼ ਖਰਾਬ ਹੋ ਗਈ ਆ, ਕਨਕਲੂਡ ਕਰ ਦੇਣ ਡਾਕਟਰ ਸਾਹਿਬ, ਸਮਾਂ ਆਪਣਾ ਹੋ ਗਿਆ, ਤੁਹਾਡੀ ਆਵਾਜ਼ ਥੋੜੀ ਕੱਟ ਕੇ ਆ ਰਹੀ ਹੈ, ਥੋੜੀ ਜੀ ਕੋਈ ਇੰਟਰਨੈਟ ਦੀ ਪ੍ਰੋਬਲਮ ਲੱਗਦੀ ਆ। ਸੋ ਡਾਕਟਰ ਸਾਹਿਬ ਤੁਸੀਂ ਕਰੋ ਕਨਕਲੂਡ ਅੱਜ ਦੀ ਡਿਸਕਸ਼ਨ ਨੂੰ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਤੁਸੀਂ ਗੱਲ ਇਹ ਪੁੱਛੀ ਕਿ ਪੰਜਾਬ ਦਾ ਕੀ ਹੋਣਾ। ਹਾਂਜੀ, ਪੰਜਾਬ ਦੇ ਵਿੱਚ ਜਦ ਤੱਕ ਕੋਈ ਨਵੀਂ ਮੂਵਮੈਂਟ ਨਹੀਂ ਉੱਠਦੀ, ਜਦ ਤੱਕ ਕੋਈ ਨਵੀਂ ਸੋਚ ਨਹੀਂ ਆਉਂਦੀ, ਤਦ ਤੱਕ ਇਹੋ ਹੀ ਹੋਣਾ ਜੋ ਤੁਸੀਂ ਦੇਖਦੇ ਪਏ ਹੋ। ਪੰਜਾਬ ਦੇ ਲੋਕ ਜਿਹੜੇ ਨੇ ਉਹ ਇੰਨੇ ਪੈਸਿਵ ਨੇ, ਆਈ ਵਿਸ਼ ਕਿ ਉਹ ਅਗਰੈਸਿਵ ਬਣਨ, ਅਗਰੈਸਿਵ ਬਣ ਕੇ ਹਾਂਜੀ ਉਹ ਪੋਲੀਟੀਸ਼ੀਅਨ ਨੂੰ ਸਬਕ ਸਿਖਾਉਣ। ਲੇਕਿਨ ਨਜ਼ਰ ਨਹੀਂ ਆਉਂਦਾ ਅੱਜ ਵੀ ਜਿਹੜੀ ਪੋਲੀਟਿਕਸ ਉੱਥੇ ਹੈਗੀ ਆ, ਜਾਂ ਰਿਲੀਜਨ ਦੇ ਬੇਸ ਦੇ ਉੱਪਰ ਹੈਗੀ ਆ, ਜਾਂ ਲੋਕਲ ਕੰਮ ਕਰਵਾਉਣਾ ਦੇ ਬੇਸ ਦੇ ਉੱਪਰ ਹੈਗੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ ਟਾਈਮ ਹੈਗਾ ਉਹਦੇ 'ਚ ਕੋਈ ਚੇਂਜ ਆਏਗੀ, ਬੜੀ ਰੈਡੀਕਲ ਕੀ ਚੇਂਜ ਹੀ ਨਹੀਂ ਆਉਣੀ। ਔਰ ਮੈਂ ਇਹ ਵੀ ਸੋਚਦਾ ਐਟ ਦੀ ਸੇਮ ਟਾਈਮ ਕਿ ਅਗਲੇ 6-8 ਮਹੀਨੇ ਇਹਨਾਂ ਨੇ ਹੋਰ ਕੋਈ ਮੁੱਦਾ ਹੀ ਨਹੀਂ ਉੱਠਣ ਦੇਣਾ ਸਿਵਾਏ ਇਲੈਕਸ਼ਨ ਦੇ, ਤੇ ਨਾ ਪਾਰਟੀਆਂ ਨੇ, ਮਤਲਬ ਅਕਾਲੀ ਪਾਰਟੀ ਨੇ, ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਕੋਈ ਨਵਾਂ ਮੁੱਦਾ ਹੀ ਨਹੀਂ ਉੱਠਣ ਦੇਣਾ। ਉਹਨਾਂ ਨੇ ਗੱਲ ਹੀ ਸਿਰਫ ਇਲੈਕਸ਼ਨਾਂ ਦੀ ਕਰਨੀ ਹੈ, ਹੋਰ ਉਹਨਾਂ ਨੇ ਕੋਈ ਗੱਲ ਹੀ ਨਹੀਂ ਕਰਨੀ ਕਿਸੇ ਪਾਸੇ। ਸੋ ਲੈਟਸ ਸੀ, ਆਈ ਵਿਸ਼ ਮੇਰੀ ਤੇ ਜ਼ਿੰਦਗੀ ਦੇ ਵਿੱਚ ਅਗਰ ਮੈਂ ਪੰਜਾਬ ਨੂੰ ਉਹ ਖੁਸ਼ਹਾਲ ਦੇਖ ਸਕਾਂ ਜਿਹੜਾ ਕਿ ਮੈਂ 60, 70, 80 'ਚ ਦੇਖਿਆ, ਤੇ ਬੜੀ ਖੁਸ਼ੀ ਹੋਏਗੀ, ਪਰ ਨਜ਼ਰ ਨਹੀਂ ਮੈਨੂੰ ਆਉਂਦਾ। ਸੋ ਡਾਕਟਰ ਸਾਹਿਬ ਸਮਾਂ ਆਪਣਾ ਹੋ ਗਿਆ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਦਸਾਂਝ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਔਰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਕੇ, ਔਰ ਵੱਖਰੇ ਵੱਖਰੇ ਵਿਊਜ਼ ਜਦੋਂ ਆਉਂਦੇ ਨੇ ਉਹ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ, ਔਰ ਨਵੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਬਹੁਤ ਹੀ ਸ਼ੁਕਰੀਆ ਤੁਹਾਡਾ ਦੋਨਾਂ ਦਾ ਜੀ। ਸ਼ੁਕਰੀਆ ਜੀ, ਮਿਹਰਬਾਨੀ।